Yes, please. ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। Let us start. Today we will discuss paper number 6, NAPSILA examination paper number 6, ਜਿਹਦੇ ਵਿੱਚ ਕਵਰ ਹੁੰਦੇ ਆ ਤੁਹਾਡੇ ਸਿਵਲ ਪ੍ਰੋਸੀਜਰ ਕੋਡ CPC and Indian Evidence Act, CPC 1908 and Evidence Act 1872। ਸਰ ਕਿਹੜਾ ਪੇਪਰ ਕਰਨ ਲੱਗੇ ਆ ਜੀ? ਆਪਾਂ ਪੇਪਰ ਡਿਸਕਸ ਕਰ ਰਹੇ ਹਾਂ, ਸਟਾਰਟ ਕਰਾਂਗੇ ਪੇਪਰ ਨੰਬਰ 6 2020। ਪੇਪਰ ਨੰਬਰ 6 2020 ਇਹਦੇ ਹੈਗੇ ਆਲ ਦਾ ਕੁਐਸਚਨਸ ਆਰ ਕੰਪਲਸਰੀ। ਪੇਪਰ 100 ਨੰਬਰ ਦਾ ਹੈ ਜੀ। ਸਾਈਟ ਪ੍ਰੋਵੀਜ਼ਨਸ ਆਫ ਦਾ ਕੋਰਟ wherever necessary ਹੈਗੀ ਹੈ। ਆਨਸਰ ਸ਼ੁੱਡ ਬੀ ਬਰੀਫ ਟੂ ਦਾ ਪੁਆਇੰਟ। ਬਰੀਫ ਦੇ ਵਿੱਚ ਕਿਤੇ ਆਨਸਰ ਦੇਣਾ ਹੈਗਾ, ਜ਼ਿਆਦਾ ਲੰਮਾ ਚੌੜਾ ਆਨਸਰ ਦੇਣ ਦੀ ਜ਼ਰੂਰਤ ਨਹੀਂ ਹੈਗੀ। ਪਹਿਲਾ ਪਾਰਟ ਏ ਦੇ ਪਾਰਟ ਏ ਤੇ ਪਾਰਟ ਏ ਤੇ ਪਾਰਟ ਬੀ, ਦੋ ਪਾਰਟ ਬਣਾਏ ਹੋਏ ਨੇ ਇਸ ਪੇਪਰ ਦੇ। ਪਹਿਲਾ ਪਾਰਟ ਸੰਬੰਧਿਤ ਹੈਗਾ CPC ਦੇ ਨਾਲ, ਤੇ ਜਿਹੜਾ ਦੂਜਾ ਪਾਰਟ ਹੈਗਾ ਉਹ ਆਈ ਥਿੰਕ ਐਵੀਡੈਂਸ ਐਕਟ ਦੇ ਨਾਲ ਸੰਬੰਧਿਤ ਹੈਗਾ। ਠੀਕ ਹੈ ਜੀ। ਪਹਿਲੇ ਪਾਰਟ ਅਸੀਂ ਸਟਾਰਟ ਕਰਾਂਗੇ। ਪਹਿਲਾ ਨੰਬਰ ਕੁਐਸਚਨ ਨੰਬਰ 1, ਡਿਫਾਈਨ ਅ ਡਿਕਰੀ, ਹਾਊ ਡਜ਼ ਇਟ ਡਿਫਰ ਫਰੋਮ ਦ ਜਜਮੈਂਟ। Define a decree, how does it differ from the judgment। ऑनलाइन किहड़े डिस्ट्रिक्ट बैठे हैं जी? ऑनलाइन जरा बोल दो एक बारी मैनू। मोहाली सर। मोहाली, फटाफट बोलो जल्दी जल्दी। है जी। संगरूर सर। संगरूर, मानसा का मतलब मानसा, हाँ जी। बठिंडा जी, कपूरथला, बठिंडा, जलंधर जी, जलंधर तो सर जलंधर, हाँ जी। रोपड़, गुरदासपुर वाले है बरजीत, गुरदासपुर है जी। गुरदासपुर तो बैठे हैं जी। ओके ओके, गुरदासपुर। हुशियारपुर तो जी सर इको पैदा ਹੁੰਦੀ ਮਾੜੇ ਜਿਹਾ ਮੁੰਡੇ ਨੂੰ ਕੋਈ ਠੀਕ ਕਰੇ। ਇਹ ਕਿਸੇ ਦੇ ਮਾਈਕ ਦੇ ਵਿੱਚ ਪ੍ਰੋਬਲਮ ਹੈ, ਜਰਾ ਚੈੱਕ ਕਰੋ ਆਪਣਾ ਕਿਹਦੇ ਮਾਈਕ 'ਚ ਦਿੱਕਤ ਹੈ। मोहाली, संगरूर, मानसा, कपूरथला, बठिंडा, जलंधर, रोपड़, गुरदासपुर, हुशियारपुर। और डिस्ट्रिक्ट जी? लुधियाने तो है कोई? पटियाला जी, पटियाला, लुधियाने तो है जी कोई कानून साहिबान? जिहड़े मैं नाम बोले ने इस तो इलावा बोल दो जी किहड़े बैठे हैं। वो डिस्ट्रिक्ट के कानून साहिबान किहड़े बैठे हैं? मोहाली, संगरूर, मानसा, कपूरथला, बठिंडा, जलंधर, रोपड़, गुरदासपुर, हुशियारपुर, पटियाला। बाजी हैं जी। पेपर स्क्रीन से लगा दी प्लीज। पेपर नंबर 6 पाया हुआ कंप्यूटर, हाँ ग्रुप ਦੇ ਵਿੱਚ ਪਾਇਆ ਹੋਇਆ ਜੀ। ਇਹ ਪੇਪਰ ਕੱਲ ਪਾਇਆ ਸੀਗਾ ਮੁੰਡੇ ਨੇ। Let us start. Define a decree. How does it differ from the judgment? Decree ਕੀ ਹੁੰਦੀ ਹੈ ਜੀ? ਕਿੱਥੋਂ ਅਸੀਂ ਇਹ ਆਨਸਰ ਦੇਵਾਂਗੇ ਇਹਦਾ? Define a decree. ਡਿਸਟ੍ਰਿਕਟ ਮੋਹਾਲੀ ਵਾਲੇ ਦੱਸਣਗੇ ਜੀ ਡਿਗਰੀ ਕਿੱਥੇ ਹੈ। ਆਨਸਰ ਹੈ ਕੁਐਸਚਨ ਇਹਦਾ ਕਿੱਥੋਂ ਅਸੀਂ ਲਿਖਣਾ ਹੈਗਾ? डिग्री CRPC ਸੈਕਸ਼ਨ 2 ਦਾ 2 ਆ ਜੀ ਡੈਫੀਨੇਸ਼ਨ ਚ। ਉਹਦਾ 2 ਡੈਫੀਨੇਸ਼ਨ ਚ ਪਈ ਹੈ ਜੀ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। CPC ਸੈਕਸ਼ਨ 2 ਦਾ 2 ਡਿਗਰੀ ਤੇ ਜਜਮੈਂਟ ਵੀ ਇਹਦੇ ਵਿੱਚ ਹੀ ਹੈਗੀ ਹੈ ਜੀ। ਠੀਕ ਹੈ, ਇੱਥੋਂ ਤੁਸੀਂ ਲਿਖ ਦੇਣਾ, ਬਿਲਕੁਲ ਕਲੀਅਰ ਹੋਏਗਾ, ਕੋਈ ਦਿੱਕਤ ਨਹੀਂ ਹੈਗੀ ਲਿਖਣ ਦੇ ਵਿੱਚ। ਕਿਉਂਕਿ ਇਹ ਜਿਹੜਾ ਨੰਬਰ ਹੈਗਾ, ਜਿਹੜਾ ਕੁਐਸਚਨ ਹੈਗਾ, ਇਹ A ਪਾਰਟ ਹੈ 1 ਨੰਬਰ ਦਾ।
ए पार्ट है। अगला जिहड़ा क्वेश्चन है बी पार्ट, ਉਹਦੇ ਤਿੰਨ ਪਾਰਟ ਅੱਗੇ ਦਿੱਤੇ ਹੋਏ ਨੇ। ਜਿਹੜੇ ਤਿੰਨ ਪਾर्ट ਨੇ ਉਹ ਹੈਗੇ ਨੇ ਤੁਹਾਡੇ 6 ਨੰਬਰਾਂ ਦੇ। ਇਹ ਜਿਹੜਾ क्वेश्चन ਤੁਹਾਡਾ 4 ਨੰਬਰ ਦਾ ਹੈ। ਠੀਕ ਹੈ, 2 ਨੰਬਰ ਦਾ ਡਿਗਰੀ ਹੋ ਗਿਆ, 2 ਨੰਬਰ ਦੀ ਜਜਮੈਂਟ ਹੋ ਗਈ। ਡਿਗਰੀ ਦੀ ਡੈਫੀਨੇਸ਼ਨ ਦੇ ਦੋਗੇ ਤੇ ਜਜਮੈਂਟ ਦੀ ਡੈਫੀਨੇਸ਼ਨ ਦੇ ਦੋਗੇ ਤੁਸੀਂ। ਜਜਮੈਂਟ ਦੀ ਡੈਫੀਨੇਸ਼ਨ 2 ਦੇ 9 ਦੇ ਵਿੱਚ ਹੈ। ਹੈ ਜੀ, 2 ਦਾ 9 ਇਹ ਜਜਮੈਂਟ ਦੀ ਡੈਫੀਨੇਸ਼ਨ ਹੈ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ। ਡਿਸਕਸ ਦਾ ਵੈਲਿਡਿਟੀ ਆਫ ਦਾ ਫੋਲੋਇੰਗ ਡਿਗਰੀਜ਼। ਜਿਹੜੀਆਂ ਡਿਗਰੀਆਂ ਇਹ ਪਾਸ ਹੋਈਆਂ ਵੀ ਨੇ ਵੀ ਇਹ ਵੈਲਿਡ ਨੇ ਜਾਂ ਇਨਵੈਲਿਡ ਨੇ, ਇਹਦੇ ਬਾਰੇ ਕਿਹਾ ਗਿਆ। ਡਿਸਕਸ ਦਾ ਵੈਲਿਡਿਟੀ ਆਫ ਦਾ ਫੋਲੋਇੰਗ ਡਿਗਰੀਜ਼। ਕਿਹੜੀਆਂ ਡਿਗਰੀਆਂ ਨੇ? ਅ ਡਿਗਰੀ ਪਾਸਡ ਅਗੇਂਸਟ ਅ ਡੈਡ ਪਰਸਨ ਇਨ ਇਗਨੋਰੈਂਸ ਆਫ ਹਿਜ਼ ਡੈਥ। ਕਿਸੇ ਬੰਦੇ ਦੀ ਡਿਫੈਂਡੈਂਟ ਸੀਗਾ, ਉਹਦੀ ਡੈਥ ਹੋ ਗਈ ਕੇਸ ਚੱਲਦੇ ਦੌਰਾਨ। ਠੀਕ ਹੈ, ਇਨ ਇਗਨੋਰੈਂਸ, ਨਹੀਂ ਪਤਾ ਚੱਲਿਆ ਪਲੈਂਟਿਫ ਨੂੰ, ਨਹੀਂ ਤਾਂ ਪਲੈਂਟਿਫ ਪਾਰਟੀ ਬਣਾ ਲੈਂਦਾ ਉਹਦੇ ਵਾਰਸਾਂ ਨੂੰ। ਠੀਕ ਹੈ, ਪਰ ਪਲੈਂਟਿਫ ਨੂੰ ਨਹੀਂ ਪਤਾ ਚੱਲਿਆ ਵੀ ਡਿਫੈਂਡੈਂਟ ਦੀ ਡੈਥ ਹੋ ਗਈ, ਕਿਉਂਕਿ ਜਿਹੜਾ ਕੇਸ ਹੁੰਦਾ ਹੈ ਵਕੀਲਾਂ ਵੱਲੋਂ ਪਰਸੂ ਕੀਤਾ ਜਾਂਦਾ ਹੈ। ਪਲੈਂਟਿਫ ਨੂੰ ਨਹੀਂ ਪਤਾ ਚੱਲਿਆ, ਇਨ ਇਗਨੋਰੈਂਸ ਡੈਥ ਹੋ ਗਈ, ਡਿਗਰੀ ਪਾਸ ਹੋ ਗਈ, ਡੈਥ ਹੋਈ ਬੰਦੇ ਦੇ ਖਿਲਾਫ, ਜਿਸ ਡਿਫੈਂਡੈਂਟ ਦੀ ਡੈਥ ਹੋ ਗਈ ਉਹਦੇ ਖਿਲਾਫ ਡਿਗਰੀ ਪਾਸ ਹੋ ਗਈ। ਇਹਦੀ ਵੈਲਿਡਿਟੀ ਕੀ ਹੈ ਇਸ ਡਿਗਰੀ ਦੀ? ਤੁਹਾਡੇ ਤੋਂ ਇਹ ਕੁਐਸਚਨ ਪੁੱਛਿਆ ਗਿਆ ਵੀ ਕੀ ਡਿਗਰੀ ਇਹ ਵੈਲਿਡ ਹੈ ਜਾਂ ਇਨਵੈਲਿਡ ਹੈ। ਜੇ ਡਿਗਰੀ ਪਾਸ ਹੋ ਜਾਂਦੀ ਹੈ ਕਿਸੇ ਡੈਡ ਪਰਸਨ ਦੇ ਖਿਲਾਫ, ਮਰੇ ਹੋਏ ਬੰਦੇ ਦੇ ਖਿਲਾਫ ਡਿਗਰੀ ਪਾਸ ਹੋ ਜਾਂਦੀ ਹੈ, ਕੇਸ ਚੱਲਦੇ ਦੌਰਾਨ ਬੰਦਾ ਪਹਿਲਾਂ ਜਿੰਦਾ ਸੀਗਾ ਪਰ ਕੇਸ ਚੱਲਦੇ ਦੌਰਾਨ ਬੰਦੇ ਦੀ ਡੈਥ ਹੋ ਜਾਂਦੀ ਹੈ, ਤਾਂ ਡਿਗਰੀ ਕੋਰਟ ਵੱਲੋਂ ਪਾਸ ਹੋ ਜਾਂਦੀ ਹੈ ਇਨ ਇਗਨੋਰੈਂਸ ਆਫ ਹਿਸ ਡੈਥ, ਤਾਂ ਕੀ ਇਹ ਡਿਗਰੀ ਵੈਲਿਡ ਹੋਏਗੀ ਜਾਂ ਇਨਵੈਲਿਡ ਹੋਏਗੀ? ਤੁਹਾਡਾ ਕੀ ਆਨਸਰ ਹੋਏਗਾ ਜੀ? ਮੈਨੂੰ ਦੱਸਣਗੇ ਡਿਸਟ੍ਰਿਕਟ ਸੰਗਰੂਰ ਵਾਲੇ। ਦੈਨ ਮੋਹਾਲੀ ਵਾਲੇ ਦੱਸਣਗੇ ਜੀ ਕਿ ਡਿਗਰੀ ਵੈਲਿਡ ਹੈ ਜਾਂ ਇਨਵੈਲਿਡ ਹੈ। ਮਰੇ ਹੋਏ ਬੰਦੇ ਦੇ ਖਿਲਾਫ ਡਿਗਰੀ ਪਾਸ ਹੋ ਗਈ। ਡਿਸਟ੍ਰਿਕਟ ਮੋਹਾਲੀ ਤੋਂ ਦੱਸਣਗੇ ਜੀ ਡਿਗਰੀ ਜਿਹੜੀ ਪਾਸ ਹੋ ਗਈ ਮਰੇ ਬੰਦੇ ਦੇ ਖਿਲਾਫ ਪਾਸ ਹੋ ਗਈ, ਇਹ ਵੈਲਿਡ ਜਾਂ ਇਨਵੈਲਿਡ ਹੈ। ਤੇ ਕਿੱਥੇ ਅਗਿਆਨਤਾ ਹੁੰਦਿਆਂ ਹੋਇਆ ਪਾਸ ਹੋਈ ਆ, ਵੈਲਿਡ ਹੈ ਸਰ। ਇਹ ਵੈਲਿਡ ਹੈ। ਹਾਂ, ਕਿੱਥੋਂ ਲਿਖਾਂਗੇ ਇਹਦਾ ਆਨਸਰ ਅਸੀਂ? ਸਰ ਆਰਡਰ ਬਾਈ ਰੂਲ 4। ਆਰਡਰ ਬਾਈ ਰੂਲ 4। ਠੀਕ ਹੈ, ਆਰਡਰ ਬਾਈ ਰੂਲ 4 ਦਾ ਅੱਗੇ ਪਾਰਟ ਵੀ ਹੋਏਗਾ ਕੋਈ? ਰੂਲ 4 ਚ ਵੀ ਬਹੁਤ ਕੁਝ ਦਿੱਤਾ ਹੋਇਆ ਹੈ। ਤੁਸੀਂ ਲਿਖੋਗੇ ਆਰਡਰ ਬਾਈ ਰੂਲ 4 ਦਾ ਅੱਗੇ ਫਰਦਰ 4। ਰੂਲ 4 ਸਬ ਰੂਲ 4। ਠੀਕ ਹੈ ਜੀ, ਵੀ ਜੇ ਕੋਈ ਬੰਦਾ ਅਚਾਨਕ ਉਹਦੀ ਡੈਥ ਹੋ ਗਈ, ਨਹੀਂ ਪਤਾ ਚੱਲਿਆ, ਤਾਂ ਜਿਹੜੀ ਕੋਰਟ ਹੈਗੀ ਉਸ ਡਿਗਰੀ ਨੂੰ ਇਨਵੈਲਿਡ ਨਹੀਂ ਕਹਿੰਦੀ। ਕੋਰਟ ਕਹਿੰਦੇ ਠੀਕ ਹੈ ਡਿਗਰੀ ਪਾਸ ਹੋਈ ਹੈ, ਪਰ ਇਨ ਇਗਨੋਰੈਂਸ ਜੇ ਪ੍ਰੂਫ ਕਰ ਦੇਵੇ, ਠੀਕ ਹੈ ਜੀ, ਇਹ ਪ੍ਰੂਫ ਹੋਣਾ ਚਾਹੀਦਾ ਪਰ ਵੀ ਉਸ ਨੂੰ ਨਹੀਂ ਸੀ ਪਤਾ, ਤਾਂ ਡਿਗਰੀ ਇਹ ਵੈਲਿਡ ਡਿਗਰੀ ਹੁੰਦੀ ਹੈ। ਆਰਡਰ 22 ਰੂਲ 4 ਸਬ ਰੂਲ 4 ਨੋਟ ਕਰ ਲਓ ਜੀ। ਜੇ ਕੋਈ ਡਿਗਰੀ ਪਾਸ ਹੋ ਜਾਏ ਦੈਨ ਦੂਜਾ ਪਾਰਟ ਇਹਦਾ, ਦੂਜਾ ਕੁਐਸਚਨ ਹੈਗਾ ਅ ਡਿਗਰੀ ਪਾਸਡ ਇਨ ਫੇਵਰ ਆਫ ਅ ਮਾਈਨਰ ਸੂਇੰਗ ਐਜ਼ ਐਨ ਅਡਲਟ। ਅ ਡਿਗਰੀ ਪਾਸ ਇਨ ਫੇਵਰ ਆਫ ਅ ਮਾਈਨਰ, ਕਿਸੇ ਮਾਈਨਰ ਦੇ ਹੱਕ ਦੇ ਵਿੱਚ ਕੋਈ ਡਿਗਰੀ ਪਾਸ ਹੋ ਗਈ, ਉਹਨੂੰ ਅਡਲਟ ਸਮਝਦੇ ਹੋਏ ਦਾਵਾ ਕੀਤਾ ਗਿਆ ਸੀਗਾ, ਡਿਗਰੀ ਪਾਸ ਹੋ ਗਈ ਉਹਦੇ ਹੱਕ ਦੇ ਵਿੱਚ, ਤਾਂ ਦੱਸੋ ਇਹ ਡਿਗਰੀ ਵੈਲਿਡ ਹੋਏਗੀ ਜਾਂ ਇਨਵੈਲਿਡ ਹੋਏਗੀ? ਐਕਚੁਅਲੀ ਜਿਹੜਾ ਪਲੈਂਟਿਫ ਹੈਗਾ ਹੀ ਇਜ਼ ਅ ਮਾਈਨਰ, ਐਕਚੁਅਲੀ ਹੀ ਇਜ਼ ਅ ਮਾਈਨਰ, ਬਟ ਜਿਹੜਾ ਸੂਟ ਫਾਈਲ ਕੀਤਾ ਹੈ ਉਹ ਮੇਜਰ ਸਮਝਦੇ ਹੋਏ ਸੂਟ ਫਾਈਲ ਕੀਤਾ ਹੈ। ਠੀਕ ਹੈ, ਉਹਦੇ ਹੱਕ ਵਿੱਚ ਡਿਗਰੀ ਪਾਸ ਹੋ ਗਈ, ਵੈਦਰ ਇਟ ਇਜ਼ ਵੈਲਿਡ ਔਰ ਇਨਵੈਲਿਡ। ਦੱਸੋ ਜੀ ਡਿਸਟ੍ਰਿਕਟ ਮਾਨਸਾ। ਆਰਡਰ 32 ਚ ਆਏਗਾ ਜੀ ਮਾਈਨਰ ਦੀ ਜਿਹੜੀ। ਹਾਂ, ਆਰਡਰ 32 ਰਿਲੇਟਡ ਹੈਗਾ ਇਹਦੇ ਨਾਲ। ਡੈਥ, ਮੈਰਿਜ ਐਂਡ ਇਨਸੋਲਵੇਂਸੀ ਆਫ ਦਾ ਪਾਰਟੀਜ਼, ਇਹ 22 ਹੈ। बस ਦਾ ਪਾਰਟ ਕਿਹੜਾ ਜੀ ਅੱਗੇ?
Order 32 relative with suits by or against minors and persons of unsound mind। ਜੇ ਕੋਈ ਅਨਸਾਊਂਡ ਮਾਈਂਡ ਦੇ ਸੰਬੰਧ ਵਿੱਚ ਵੀ ਕੁਐਸਚਨ ਤੁਹਾਨੂੰ ਆ ਜਾਂਦਾ ਹੈ ਤਾਂ ਵੀ ਤੁਸੀਂ ਆਰਡਰ 32 ਚੋਂ ਕਰੋਗੇ। ਜੇ ਕੋਈ ਮਾਈਨਰ ਦੇ ਸੰਬੰਧ ਵਿੱਚ ਆਰਡਰ ਆ ਜਾਂਦਾ ਹੈ, ਕੁਐਸਚਨ ਆ ਜਾਂਦਾ ਤਾਂ ਵੀ ਆਰਡਰ 32 ਦੇ ਵਿੱਚੋਂ ਕਰੋਗੇ। ਦੇਖੋ ਇਹਦਾ ਮੇਨ ਪਹਿਲਾਂ ਤੁਸੀਂ ਮੇਨ ਫੈਕਟਰ ਦੇਖੋ ਕੀ ਹੁੰਦਾ ਹੈ। ਮਾਈਨਰ ਹੁੰਦਾ, ਮਾਈਨਰ ਆਪਣੇ ਹੱਕਾਂ ਦਾ ਧਿਆਨ ਨਹੀਂ ਰੱਖ ਸਕਦਾ, ਇਸ ਕਰਕੇ ਉਹਨੂੰ ਪਾਵਰ ਦਿੱਤੀ ਜਾਂਦੀ ਹੈ ਕਿਸੇ ਉਹਦੇ ਜਿਹੜੇ ਨੈਕਸਟ ਫਰੈਂਡ ਨੂੰ, ਉਹਦੇ ਕਿਸੇ ਲੀਗਲ ਹੇਅਰਸ ਨੂੰ ਜਾਂ ਉਹਦੇ ਕਿਸੇ ਫਾਦਰ ਨੂੰ, ਮਦਰ ਨੂੰ ਉਹਦੇ ਵੱਲੋਂ ਸੂਟ ਫਾਈਲ ਕਰਨ ਦੀ ਪਾਵਰ ਦਿੱਤੀ ਜਾਂਦੀ ਹੈ। ਠੀਕ ਹੈ, ਪਰ ਜੇਕਰ ਪਾਵਰ ਨਹੀਂ ਦਿੱਤੀ ਗਈ, ਉਸੇ ਨੂੰ ਅਡਲਟ ਸਮਝਦੇ ਹੋਏ ਸੂਟ ਫਾਈਲ ਹੋ ਗਿਆ, ਠੀਕ ਹੈ, ਉਹਦੇ ਹੱਕ ਦੇ ਵਿੱਚ ਪਾਸ ਹੋ ਗਿਆ ਸੂਟ, ਤਾਂ ਇਟ ਇਜ਼ ਨਾਟ ਏ ਇਨਵੈਲਿਡ, ਇਟ ਇਜ਼ ਏ ਵੈਲਿਡ, ਇਹ ਡਿਗਰੀ ਵੈਲਿਡ ਹੋਏਗੀ। ਪਹਿਲਾ ਕਿਹੜਾ ਰੂਲ ਕਿਹੜਾ ਕਰਨ ਲਾਈਏ ਜੀ? 32 ਦਾ 2 ਲਗਾਓਗੇ ਤੁਸੀਂ। where suit is instituted without next friend claim to be taken off the file। थर्टी टू ਦਾ 2 ਲਗਾਓਗੇ ਜੀ ਇੱਥੇ। 32 ਦਾ 2 ਹੈ ਜੀ। ਹਾਂ, नेक्स्ट चलते हैं जी। अ डिग्री अगेंस्ट एन अडल्ट सूट एज ए माइनर। माइनर समझते हुए दावा किया सीगा पर हैगा सी अडल्ट। ਇਹਦੇ 32 ਦਾ 12 ਲੱਗਦਾ ਕੋਰਸ। ਸਰ ਪੇਪਰ ਸਕਰੀਨ ਤੇ ਕਰ ਦਿਓ ਸ਼ੋ ਜੀ। ਹੈ ਪੇਪਰ ਸਕਰੀਨ ਤੇ ਸ਼ੋ ਕਰ ਦਿਓ। ਸਕਰੀਨ ਤੇ ਪੇਪਰ ਕਿਵੇਂ ਸ਼ੋ ਹੋਏਗਾ ਯਾਰ, ਇਹ ਪਤਾ ਨਹੀਂ। ਸਾਈਡ ਬਾਈ ਸਾਈਡ ਤੁਹਾਡੇ ਕੋਲੇ ਕੱਲ ਪਾਇਆ ਤਾਂ ਸੀਗਾ ਇਹ ਪੇਪਰ ਤੇ ਸਕਰੀਨ ਉਤੇ ਗਰੁੱਪ ਦੇ ਵਿੱਚ ਪਾਇਆ ਹੋਇਆ ਪੇਪਰ। ਸਕਰੀਨ ਤੇ ਸ਼ੋ ਨਹੀਂ ਹੋ ਰਿਹਾ, ਗਰੁੱਪ ਦੇ ਵਿੱਚ ਪੇਪਰ ਪਾਇਆ ਹੋਇਆ ਤੁਹਾਡੇ ਕੋਲੇ, ਤੁਸੀਂ ਉਹਨੂੰ ਦੇਖੋ। ਤੁਸੀਂ ਪੜੋ ਫਿਲਹਾਲ, ਮੈਂ ਤੁਹਾਨੂੰ ਕੱਲਾ ਕੁਐਸਚਨ ਬੋਲ ਰਿਹਾ, ਤੁਸੀਂ ਆਨਸਰ ਲਿਖੀ ਜਾਓ ਬਸ। ਕੁਐਸਚਨ ਨੰਬਰ ਤੇ ਆਨਸਰ ਨੰਬਰ ਲਿਖੀ ਜਾਓ, ਬਾਕੀ ਬਾਅਦ ਵਿੱਚ ਤੁਸੀਂ ਆਪਣਾ ਜਿਹੜਾ ਤੁਹਾਡੇ ਕੋਲੇ ਕੁਐਸਚਨ ਪੇਪਰ ਤੁਹਾਨੂੰ ਭੇਜਿਆ ਹੋਇਆ ਅਸੀਂ ਇਹ ਗਰੁੱਪ ਦੇ ਵਿੱਚ ਪਾਇਆ ਹੋਇਆ, ਤੁਸੀਂ ਉਹਦੇ ਤੇ ਫਿਰ ਕੋਡਿੰਗ ਕਰ ਲੈਣਾ। ਵੈਸੇ ਤਾਂ ਕੋਡਿੰਗ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਤੁਸੀਂ ਕੋਡਿੰਗ ਕਰ ਲਈ, ਜੇ ਤੁਸੀਂ ਸੈਕਸ਼ਨ ਲਿਖ ਲਏ ਨਾ, ਫਿਰ ਤੁਸੀਂ ਤੁਹਾਡੇ ਉਹਦੀ ਪ੍ਰੋਬਲਮ ਹੋਏਗੀ। ਤੁਹਾਨੂੰ ਪੇਪਰ ਜਿਹੜਾ ਕੁਐਸਚਨ ਪੇਪਰ ਹੈ ਉਹਦੇ ਉੱਪਰ ਜਿਹੜਾ ਆਨਸਰ ਹੈ ਨਹੀਂ ਲਿਖਣਾ ਬਣਦਾ, ਫਿਰ ਤੁਹਾਨੂੰ ਸਮਝ ਨਹੀਂ ਆਏਗਾ ਕਿੱਥੋਂ ਕੁਐਸਚਨ ਆਏਗਾ ਕਿੱਥੋਂ ਨਹੀਂ ਆ ਗਿਆ ਹੈਗਾ। ਇਹ ਤਾਂ ਥੋੜਾ ਜਿਹਾ ਪ੍ਰੈਸ਼ਰ ਬ੍ਰੇਨ ਤੇ ਹੀ ਪਏਗਾ, ਕਿਹੜੇ ਬੁੱਕ ਦੇ ਨਾਲ ਸੰਬੰਧਿਤ ਹੈ ਤੇ ਕਿਹੜੇ ਚੈਪਟਰ ਦੇ ਨਾਲ ਸੰਬੰਧਿਤ ਹੈ, ਇਦਾਂ ਪਤਾ ਹੋਣਾ ਚਾਹੀਦਾ ਸਾਨੂੰ। ਠੀਕ ਹੈ, ਮੈਂ ਕੁਐਸਚਨ ਬੋਲ ਰਿਹਾ ਤੇ ਤੁਸੀਂ ਕੁਐਸਚਨ ਨੰਬਰ ਲਿਖੀ ਜਾਓ ਇਕੱਲਾ। ਠੀਕ ਹੈ, ਆਨਸਰ ਦੇ ਲਈ ਤੁਸੀਂ ਸੈਕਸ਼ਨ ਲਿਖੀ ਜਾਓ। ਅ ਡਿਗਰੀ ਅਗੇਂਸਟ ਐਨ ਅਡਲਟ sued as a minor। a degree against an adult sued as a minor। ਕਿਸੇ ਅਡਲਟ ਦੇ ਖਿਲਾਫ ਕੋਈ ਡਿਗਰੀ ਪਾਸ ਹੋ ਗਈ, ਉਹਨੂੰ ਐਜ਼ ਏ ਮਾਈਨਰ ਪ੍ਰਜ਼ੂਮ ਕੀਤਾ ਗਿਆ ਸੀ ਜਦੋਂ ਦਾਵਾ ਦਾਇਰ ਕੀਤਾ ਹੈ। a degree against an adult sued as a minor। ਮਾਈਨਰ ਸਮਝਦੇ ਹੋਏ ਦਾਵਾ ਕੀਤਾ ਗਿਆ ਸੀਗਾ, ਪਰ ਹੈਗਾ ਸੀ ਉਹ ਅਡਲਟ, ਉਹਦੇ ਖਿਲਾਫ ਡਿਗਰੀ ਪਾਸ ਹੋ ਗਈ, ਤਾਂ ਇਹ ਕੀ ਹੋਏਗਾ ਦੱਸੋ? ਵੈਲਿਡ ਹੋਏਗੀ, ਇਨਵੈਲਿਡ ਹੋਏਗੀ? ਦੱਸੋ ਜੀ। ਡਿਸਟ੍ਰਿਕਟ ਕਪੂਰਥਲਾ, ਡਿਸਟ੍ਰਿਕਟ ਕਪੂਰਥਲਾ ਤੋਂ ਬਾਅਦ ਡਿਸਟ੍ਰਿਕਟ ਬਠਿੰਡੇ ਵਾਲੇ ਦੱਸਣਗੇ ਜੀ। ਆਰਡਰ ਤਾਂ 32 ਹੈ ਸਰ। ਹਾਂਜੀ, ਆਰਡਰ ਤਾਂ 32 ਹੈ ਸਰ। ਆਰਡਰ ਤਾਂ 32 ਹੈਗਾ। ਇਹ ਜਿਹੜੇ ਜਿੰਨੇ ਵੀ ਦਾਅਵੇ ਤੁਹਾਡੇ ਕੋਈ ਕੁਐਸਚਨ ਆਣਗੇ ਮਾਈਨਰ ਦੇ ਸੰਬੰਧ ਚ ਆਵੇ, ਅਨਸਾਊਂਡ ਮਾਈਂਡ ਦੇ ਸੰਬੰਧ ਵਿੱਚ ਆਵੇ, ਉਹ ਆਰਡਰ 32 ਚ ਹੀ ਤੁਸੀਂ ਡੀਲ ਕਰੋਗੇ। ਅੱਗੇ ਜਲੰਧਰ 12 ਨਹੀਂ ਲੱਗਦਾ ਜੀ? 32 ਦਾ ਰੂਲ 12 ਲੱਗਣਾ ਜੀ। ਮੇਜੋਰਟੀ ਅਟੇਨ ਕਰਦਾ ਜਿੱਥੇ was to be followed by minor plaintiff or नहीं लगता। 3A देखो जी, डिग्री अगेंस्ट माइनर
not to be set aside unless prejudice has been caused to his interest. Degree against an adult suit as a minor. नहीं सर ये नहीं होना No degree passed against a minor. No degree passed against a minor shall be set aside merely on the ground that the next friend or guardian for the suit of the minor had an interest in the subject matter. ये ਜਿਹੜਾ ਗਾਰਡੀਅਨ ਦਾ ਇੰਟਰਸਟ ਆ ਗਿਆ ਇਹ ਨਹੀਂ ਸਰ ਹੋਊਗਾ ਮੇਰੇ ਸਾਥ चेक करो देखो ਕਿਹੜਾ ਹੈਗਾ ਸਰ ਹੈਗਾ ਨਾਬਾਲਗ ਨੂੰ ਬਾਲਗ ਦੱਸ ਕੇ ਡਿਗਰੀ ਪ੍ਰਾਪਤ ਕਰ ਲਈ। course to be followed by minor plaintiff or applicant on attaining majority. A minor plaintiff or a minor not a party to a suit. A minor plaintiff or a minor not a party to a suit on whose behalf an application is pending. Not a party in the suit क्या है इसमें? Course to be followed by minor plaintiff or applicant on attaining the majority. A minor plaintiff. However, sir, padhe the title of the suit or the application shall in such be corrected so as to read henceforth thus A.V. late a minor by C.D. his next friend but now having attained majority. 12 ਦਾ 3 2 जी sir 12 दिन 3 The title of the suit or application shall in such case be corrected so as to read henceforth thus but no having attained majority. 12 Of course, ठीक है, ਇਹ ਚੱਲਦੇ ਕੇਸ ਚੱਲਦੇ ਦੌਰਾਨ a degree against an adult sued as a minor ਜਦੋਂ ਉਹ ਮਾਈਨਰ ਸੀਗਾ ਉਦੋਂ ਦਾਵਾ ਕੀਤਾ ਸੀ ਬਾਅਦ ਚ ਉਹ ਅਡਲਟ ਹੋ ਗਿਆ ਸੂਟ ਚੱਲਦੇ ਦੌਰਾਨ ਅਡਲਟ ਹੋ ਗਿਆ ਇਹ ਕਹਿ ਲਈ ਆਪਾਂ ਠੀਕ ਹੈ ਜੀ ਇੱਥੋਂ ਕਰ ਦੋ ਕਵਰ ਕੋਰਸ ਟੂ ਬੀ ਫਾਲੋਡ ਮੇਰੇ ਮੁਤਾਬਕ ਆਰਡਰ 32 ਦਾ ਰੂਲ 2 ਹੋਣਾ ਜੀ 32 ਦਾ 2 ਹਾਂਜੀ where suit is instituted without next friend then it is to be taken off a file. Plan to be taken off the file. ਨਾਬਾਲਗ ਕੋਲੋਂ ਆਪਣੇ ਆਪ ਨੂੰ ਬਾਲਗ ਦੱਸ ਕੇ ਡਿਗਰੀ ਲੈਣੀ। Suit is instituted by ਨਹੀਂ ਇਹ ਨਹੀਂ ਗਿਆ ਕੁਐਸਚਨ ਇਹ ਸੀਗਾ ਆਪਣੇ ਗ੍ਰਾਹਕ ਸਾਹਿਬ ਕਿ ਜੇ ਚੱਲਦੇ ਸੂਟ ਦੇ ਵਿੱਚ ਜਿਹੜਾ ਮਾਈਨਰ ਹੈ ਮੇਜਰ ਹੋ ਜਾਵੇ ਇਹ ਆ ਕੁਐਸਚਨ ਚਲੋ ਠੀਕ ਹੈ ਜੀ ਆਊਗਾ ਤਾਂ ਇਸੇ ਚੈਪਟਰ ਦੇ ਵਿੱਚ ਠੀਕ ਹੈ ਮੈਨੂੰ ਤਾਂ ਲੱਗਦਾ ਇਹ 12 ਦੇ ਵਿੱਚ ਕਵਰ ਹੋਏਗਾ ਠੀਕ ਹੈ ਜੀ ਬਾਕੀ ਦੁਬਾਰਾ ਇੱਕ ਵਾਰੀ ਫਿਰ ਡਿਸਕਸ ਕਰ ਲਾਂਗੇ 32 ਦਾ 3A ਚ ਦੇਖ ਲੈਣਾ ਇੱਕ ਵਾਰੀ 3A ਚ ਕੀ ਹੈਗਾ decree against minor not to be set aside unless prejudice has been caused to his interest. ਇਹ ਤਾਂ ਉਹਦੇ ਨੈਕਸਟ ਫਰੈਂਡ ਦੇ ਵਾਲੇ ਹੋ ਗਿਆ ਐਡਵਰਸ ਨਹੀਂ ਇਹ ਨਹੀਂ ਏਜ ਨਹੀਂ ਕਵਰ ਹੁੰਦਾ बारह जी कवर होएगा जी आई थिंक नैक्सट चलते हैं दो नंबर के क्वेश्चन ने तिने ਤੁਹਾਡੇ ठीक है मतलब ये डिग्रियां ਜਿਹੜੀਆਂ ਹੈਗੀਆਂ ਨੇ ਇਹ ਇਨਵੈਲਿਡ ਨਹੀਂ ਹੁੰਦੀਆਂ ਇਹ ਕਹਿਣਾ ਮਤਲਬ ਇਹ ਹੈ ਸਾਰਾ ਤਿੰਨੇ ਡਿਗਰੀਆਂ अंडर व्हाट सर्कमस्टांसेस क्वेश्चन नंबर 2 हैगा अंडर व्हाट सर्कमस्टांसेस कैन ए सूट बी स्टे ਕਿਹੜੇ ਸਰਕਮਸਟੈਂਸਸ ਨੇ ਇਹ ਹੈਗਾ ਕੁਐਸਚਨ ਨੰਬਰ 2 ਇਹਦੇ ਪਾਰਟ ਹੈਗੇ 3 A B ਤੇ C यानी कि हर एक ਜਿਹੜਾ ਕੁਐਸਚਨ ਹੈਗਾ ਤੁਹਾਡਾ ਹੈਗਾ 5 ਨੰਬਰ ਦਾ ਹੈ ਜੀ ਇਹ ਜਿਹੜਾ ਕੁਐਸਚਨ ਨੰਬਰ 2 ਹੈ ਇਹ 15 ਨੰਬਰ ਦਾ ਕੁਐਸਚਨ ਹੈ 3 ਪਾਰਟ ਨੇ A B ਤੇ C ਇੱਕ ਪਾਰਟ ਜਿਹੜਾ ਹੈਗਾ 5 ਨੰਬਰ ਦਾ ਹੈਗਾ ਪਹਿਲਾ ਕੁਐਸਚਨ ਹੈਗਾ A ਅੰਡਰ व्हाट ਸਰਕਮਸਟੈਂਸਸ
ਕੈਨ ਏ ਸੂਟ ਬੀ ਸਟੇਟ, ਕਿਹੜੇ ਸਰਕਮਸਟੈਂਸਸ ਨੇ ਜਿੱਥੇ ਸੂਟ ਜਿਹੜਾ ਹੈਗਾ ਦਾਵਾ ਚੱਲਦਾ ਹੈਗਾ ਉਹਨੂੰ ਸਟੇ ਕੀਤਾ ਜਾ ਸਕਦਾ ਹੈ। ਦੱਸਣਗੇ ਜੀ ਡਿਸਟ੍ਰਿਕਟ ਬਠਿੰਡਾ, ਦੈਨ ਡਿਸਟ੍ਰਿਕਟ ਜਲੰਧਰ। ਸਰ ਹਾਂਜੀ ਸੈਕਸ਼ਨ 10 ਬਿਲਕੁਲ ਠੀਕ, ਸੈਕਸ਼ਨ 10 ਦੇ ਵਿੱਚ ਹੈਗਾ ਵੀ ਜਿਹੜਾ ਦਾਵਾ ਹੈਗਾ ਉਸ ਨੂੰ ਸਟੇ ਕੀਤਾ ਜਾ ਸਕਦਾ ਹੈ। ਕਿਉਂ ਕੀਤਾ ਜਾ ਸਕਦਾ ਦੱਸੋ ਜਰਾ, ਇਹ ਵੀ ਦੱਸ ਦਿਓ ਕੀ ਰੀਜ਼ਨ ਹੋ ਸਕਦੇ ਨੇ ਇਦਾਂ ਦੇ। ਸਰ ਜਦੋਂ ਇੱਕੋ ਜਿਹੇ ਦਾਅਵੇ ਦਾਇਰ ਹੋ ਜਾਣ, ਜਿਹੜਾ ਦਾਵਾ ਪਹਿਲਾਂ ਚੱਲਦਾ ਉਹ ਚੱਲਦਾ ਰਹੂ, ਜਿਹੜਾ ਬਾਅਦ ਚ ਦਾਇਰ ਹੋਇਆ ਉਹ ਸਟੇ ਹੋ ਜਾਊਗਾ। ਉਹ ਸਟੇ ਹੋ ਜਾਏਗਾ ਸੇਮ ਪਾਰਟੀਆਂ ਦੇ ਵਿੱਚ, ਸੇਮ ਸਬਜੈਕਟ ਮੈਟਰ ਨੂੰ ਲੈ ਕੇ। ਹਾਂਜੀ ਠੀਕ ਹੈ, ਸੇਮ ਪਾਰਟੀਆਂ ਦੇ ਵਿੱਚ ਸੇਮ ਸਬਜੈਕਟ ਮੈਟਰ ਨੂੰ ਲੈ ਕੇ ਕੋਈ ਦਾਵਾ ਆਲਰੇਡੀ ਚੱਲ ਰਿਹਾ ਹੋਵੇ, ਜੇ ਕੋਈ ਹੋਰ ਨਵਾਂ ਦਾਵਾ ਇਸ਼ੂ ਫਾਈਲ ਹੁੰਦਾ ਹੈਗਾ ਦੈਨ ਉਹਦੀ ਜਿਹੜੀ ਕਾਪੀ ਦੇ ਕੇ ਉੱਥੇ ਜਿਹੜੀ ਹੈਗੀ ਉਸ ਨਵੇਂ ਦਾਅਵੇ ਨੂੰ ਸਟੇ ਕਰਾਇਆ ਜਾ ਸਕਦਾ ਹੁੰਦਾ ਹੈ। ਠੀਕ ਹੈ ਜੀ, ਓਕੇ। ਦੈਨ ਅੱਗੇ ਚੱਲਦੇ ਹਾਂ, ਇਹਦਾ ਬੀ ਪਾਰਟ ਹੈ, ਕੈਨ ਵਨ ਆਫ ਦਾ ਟੂ ਕ੍ਰਾਸ ਸੂਟਸ ਬੀ ਸਟੇਟ, can one of the two cross suits be state? ਦੱਸੋ ਜੀ, can one of the two cross suits be state? ਦੋ cross suit ਹੈਗੇ ਆ, ਇੱਕ ਨੇ ਇਹਨੇ ਦਾਵਾ ਪਰ ਕਿਹਾ, ਫਿਰ B ਨੇ ਇਹਦੇ ਖਿਲਾਫ ਦਾਵਾ ਪਰ ਕਿਹਾ, ਦੋ cross suit ਹੋ ਗਏ। Can one of the cross suit be state? ਇਹਨਾਂ ਚ ਵੀ ਸਰ ਇੱਕ ਸਟੇ ਹੋਊਗਾ ਫਿਰ। ਸਟੇ ਕਰਨੀ ਪਏਗਾ, ਇਹ ਵੀ ਸੈਕਸ਼ਨ 10 ਚ ਹੀ ਕਵਰ ਹੋਏਗਾ ਜੀ। ਹਾਂਜੀ ਹਾਂਜੀ ਠੀਕ ਹੈ ਜੀ। नेक्स्ट आ गया जी, is there any resemblance of the rule contained in section 10 CPC with the rule of res judicata? ਦੱਸੋ ਜੀ, ਦੱਸਣਗੇ ਮੈਨੂੰ ਡਿਸਟ੍ਰਿਕਟ ਜਲੰਧਰ। सेक्शन 11 है सर। इज, मैं दोबारा क्वेश्चन फिर बोल रहे हैं एक बारी, इज देयर एनी रिजेम्बलेंस, इज देयर एनी रिजेम्बलेंस, इज देयर एनी रिजेम्बलेंस of the rule of the rule contained in section 10 with the rule of res judicata? ਅੰਕ ਤਾਂ ਸਾਰੇ ਦਾ ਨੋ ਆਊਗਾ है जी। हाँ, क्वेश्चन ਨੂੰ ਸਮਝੋ ਪਹਿਲਾਂ ਚੰਗੀ ਤਰ੍ਹਾਂ ਧਿਆਨ ਨਾਲ, ਦੁਬਾਰਾ ਬੋਲਦਾ ਫਿਰ। is there any resemblance, ਕੀ ਕੋਈ ਆਪਸ ਦੇ ਵਿੱਚ ਇਹਨਾਂ ਦੀ ਮਿਲਦੇ ਜੁਲਦੇ ਨੇ ਇਹ? is there any resemblance of the rule contained in section 10? ਵੀ section 10 ਕੀ ਕਹਿੰਦਾ ਹੈ ਤੇ res judicata ਕੀ ਕਹਿੰਦਾ ਹੈ? ਕੀ ਇਹਨਾਂ 'ਚ ਆਪਸ ਕੋਈ ਨੇੜਤਾ ਹੈਗੀ ਹੈ, resemblance ਹੈਗੀ ਹੈ, ਆਪਸ ਮਿਲਦੇ ਜੁਲਦੇ ਨੇ ਇਹ ਰੂਲ ਦੋਨੋਂ? रेस जुडिकाटा ते सेक्शन 10 ਤਾਂ ਹੈਗਾ स्टे ऑफ सूट, रेस जुडिकाटा सेक्शन 11 है जी। ਦੱਸੋ ਜੀ ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ? केस दोनों च बंद होना ना। सेक्शन 10 ਚ ਬੰਦ ਹੋਣਾ ਤੇ 11 ਚ ਵੀ ਬੰਦ ਹੋਣਾ ਜੀ। नहीं 11 ਚ ਬੰਦ ਨਹੀਂ ਹੋਣਾ, 11 11 ਚ ਬੰਦ ਨਹੀਂ ਹੋਣਾ। 11 ਚ ਤਾਂ ਜਿਹੜੇ ਦਾਅਵੇ ਤੇ ਇੱਕ ਵਾਰੀ ਫੈਸਲਾ ਕਰਤਾ ਤਾਂ ਦੁਬਾਰੇ ਦਾਅਵਾ ਚੱਕਿਆ ਨਹੀਂ, ਮੁੱਦਾ ਨਹੀਂ ਚੱਕਿਆ, दोबारा दावा नहीं पैना। ਉਸ ਮੁੱਦੇ ਤੇ ਦੁਬਾਰਾ ਦਾਅਵਾ ਨਹੀਂ ਪੈਣਾ। ਜਿਹੜੇ ਕੇਸ ਪਾਸ ਹੋ ਗਏ ਪਹਿਲਾਂ ਰੈਸਿਡਿਊਟੀ ਕਾਟਾ ਚ, ਉਹ ਦੁਬਾਰਾ ਜਿਹੜਾ ਹੈਗਾ ਉਹ ਨਹੀਂ ਫਾਈਲ ਹੋ ਸਕਦਾ। ਉਸ ਕੇਸ ਤੇ ਜਿਸ ਕਿਸੇ ਇੱਕ ਮੁੱਦੇ ਤੇ ਫੈਸਲਾ ਹੋ ਜਾਏ ਨਾ, ਦੁਬਾਰਾ ਉਸ ਮੁੱਦੇ ਨੂੰ ਨਹੀਂ ਚੁੱਕਿਆ ਜਾ ਸਕਦਾ। ਕਿਹੜੇ ਕੌਣ ਬੋਲ ਰਹੇ ਜੀ, ਕਿਹੜੇ ਡਿਸਟ੍ਰਿਕਟ ਤੋਂ ਬੋਲ ਰਹੇ ਨੇ? ਇਕਬਾਲ ਬੋਲਦਾ ਜੀ ਬਠਿੰਡੇ ਤੋਂ। ਬਠਿੰਡੇ ਤੋਂ। ਦੇਖੋ ਸਿੰਪਲ ਜਿਹਾ ਰੂਲ ਹੈਗਾ, ਸੈਕਸ਼ਨ 10 ਕੀ ਕਹਿੰਦਾ ਹੈ? ਸੈਕਸ਼ਨ 10 ਹੈ, ਸੁਣੋ,
ਧਿਆਨ ਨਾਲ ਸੁਣੋ ਜੀ। ਸੈਕਸ਼ਨ 10 ਇਹ ਕਹਿੰਦਾ ਹੈ ਵੀ ਕੋਈ ਦਾਵਾ ਆਲਰੇਡੀ ਚੱਲ ਰਿਹਾ ਹੈ, ਕੋਈ ਨਵਾਂ ਦਾਵਾ ਦਾਇਰ ਹੋ ਗਿਆ, ਫਿਰ ਦੇਖੋ ਦੋ ਦਾਅਵੇ ਥੋੜ੍ਹਾ ਚੱਲਣਗੇ, ਇੱਕ ਸਬਜੈਕਟ ਮੈਟਰ ਨੂੰ ਲੈ ਕੇ ਇੱਕੋ ਪਾਰਟੀਆਂ ਦੇ ਵਿਚਕਾਰ, ਠੀਕ ਹੈ, ਦੋ ਦਾਅਵੇ ਨਾ ਚੱਲਣਗੇ, ਇੱਕ ਦਾਵਾ ਚੱਲੇਗਾ। ਇਸ ਕਰਕੇ ਜਿਹੜਾ ਸੈਕੰਡ ਦਾਵਾ ਹੈਗਾ ਉਹ ਬੰਦ ਹੋ ਜਾਏਗਾ। ਪਰ ਜਿਹੜਾ ਹੈਗਾ ਰੂਲ ਆਫ ਰੈਸ ਜੁਡੀਕਾਟਾ, ਰੂਲ ਆਫ ਰੈਸ ਜੁਡੀਕਾਟਾ, ਇਟ ਇਜ਼ ਡਿਫਰੈਂਟ। ਇਹ ਹੈਗਾ ਆਲਰੇਡੀ ਡਿਸਾਈਡਡ, the suit has already decided between the same parties, between the same subject matter, already competent court ਵੱਲੋਂ ਡਿਸਾਈਡ ਹੋ ਚੁੱਕਿਆ ਹੈ, competent court ਵੱਲੋਂ between the same party, ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਕੋਈ ਵਾਰਸਾਂ ਦੇ ਵਿੱਚ ਹੋਵੇ ਜਾਂ ਪਾਰਟੀਆਂ ਵਿਚਕਾਰ ਹੋਵੇ ਜਾਂ ਸੇਮ ਸਬਜੈਕਟ ਮੈਟਰ ਨੂੰ ਲੈ ਕੇ ਕਿਸੇ competent court ਵੱਲੋਂ suit has been already decided on the merit, ਠੀਕ ਹੈ। ਤੇ ਦੁਬਾਰਾ ਉਹੀ ਦਾਵਾ ਉਹੀ ਪਾਰਟੀਆਂ ਜਾਂ ਉਹਨਾਂ ਦੇ ਵਾਰਸ ਸੇਮ ਦਾਵਾ ਦਾਇਰ ਕਰਦੇ ਨੇ, ਉਹ ਦਾਵਾ ਲਾਈ ਨਹੀਂ ਕਰੇਗਾ ਕੋਰਟ ਦੇ ਵਿੱਚ, ठीक है। Second suit will not lie in the court whether it has been decided already between the same parties on the same subject matter ਨੂੰ ਲੈ ਕੇ already decide ਹੋ ਚੁੱਕਿਆ। ਇਹ ਰੂਲ ਹੈਗਾ ਰੈਸ ਜੁਡੀਕਾਟਾ ਦਾ, ਇਹ ਕਹਿੰਦਾ ਹੈ। ਜਿਹੜਾ ਹੈਗਾ ਸੈਕਸ਼ਨ 10 ਉਹ ਇਹ ਗੱਲ ਕਹਿੰਦਾ ਹੈ ਵੀ ਸੂਟ ਆਲਰੇਡੀ ਚੱਲ ਰਿਹਾ ਹੈ ਪਹਿਲਾਂ ਪਾਰਟੀਆਂ ਦੇ ਵਿਚਕਾਰ ਸੇਮ ਸਬਜੈਕਟ ਮੈਟਰ ਨੂੰ ਲੈ ਕੇ, ਆਲਰੇਡੀ ਕਿਸੇ ਕੋਰਟ ਦੇ ਵਿੱਚ ਚੱਲ ਰਿਹਾ ਹੈ, ਕੰਪੀਟੈਂਟ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ, ਦੈਨ ਸੈਕੰਡ ਸੂਟ ਵਿਲ ਨਾਟ ਲਾਈ, ਠੀਕ ਹੈ ਜੀ। ਇਹ ਫਰਕ ਹੈ ਦੋਨਾਂ ਦੇ ਵਿੱਚ। ਤੁਸੀਂ ਦੋਹੇ ਸੈਕਸ਼ਨ ਲਿਖ ਦੇਣੇ ਨੇ ਬਸ, ਇੱਥੇ ਆ ਕੇ ਜ਼ਿਆਦਾ ਚੱਕਰ ਨਹੀਂ ਪੈਣਾ ਹੈਗਾ, ਦੋਨੋਂ ਸੈਕਸ਼ਨ ਲਿਖ ਦੇਣੇ, ਆਪਣੇ ਆਪ ਕਲੀਅਰ ਹੋ ਜਾਂਦਾ ਸਾਰਾ ਕੁਝ, ਠੀਕ ਹੈ ਸਰ। ਠੀਕ ਹੈ ਜੀ। ਸੈਕਸ਼ਨ 10 ਤੇ ਸੈਕਸ਼ਨ 11 ਦੇਖੋ, ਇਹਦੇ ਤੇ ਕੁਐਸਚਨ ਆਣੀ ਆਣਾ ਹੈ 100% ਰੈਸ ਜੁਡੀਕਾਟਾ ਤੇ, ਠੀਕ ਹੈ ਜੀ। ਇਹ ਤੁਹਾਨੂੰ ਜਵਾਨੀ ਪਤਾ ਹੋਣਾ ਚਾਹੀਦਾ ਵੀ ਕਿਹੜੇ ਸੈਕਸ਼ਨ 'ਚ ਪੈਂਦਾ ਹੈ ਰੈਸ सर ਜੁਡੀਕਾਟਾ। क्या समानता है या नहीं है, ये गल क्लियर नहीं हुई। ਸਮਾਨਤਾ ਹੁਣ ਤੁਹਾਨੂੰ ਦਿਖ ਰਿਹਾ ਇਹਦੇ 'ਚ ਸਮਾਨਤਾ ਕੀ, ਸਮਾਨਤਾ ਤਾਂ ਕੇਸ ਉਹਦੇ समानता ये है ਵਿੱਚ कि केस तो बंद होएगा, ਕੇਸ ਤਾਂ ਬੰਦ ਹੀ ਹੋਏਗਾ ਨਾ। समझ बंद होएगा। ਹਾਂ, ਉਹਦੇ ਵਿੱਚ ਕੰਡੀਸ਼ਨ ਹੋ ਰਿਹਾ, ਇਹ 'ਚ ਕੰਡੀਸ਼ਨ ਹੋ ਰਿਹਾ। ਉਹ 'ਚ ਕੰਡੀਸ਼ਨ ਇਹ ਹੈ ਵੀ ਕੇਸ ਆਲਰੇਡੀ ਚੱਲ ਰਿਹਾ ਹੈ ਸੈਕਸ਼ਨ 10 ਦੇ ਵਿੱਚ, ਕੇਸ ਇਜ਼ ਪੈਂਡਿੰਗ ਇਨ ਦਾ ਕੋਰਟ, ਕੇਸ ਹੈਜ਼ ਬੀਨ ਡਿਸਾਈਡਡ ਬਾਈ ਦਾ ਕੋਰਟ, ਠੀਕ ਹੈ। ਉਹਨਾਂ ਕੇਸਾਂ ਦੇ ਵਿੱਚ ਕੇਸ ਉਹਦੇ 'ਚ ਚੱਲ ਰਿਹਾ, ਉਹ 'ਚ ਕੇਸ ਡਿਸਾਈਡ ਹੋ ਗਿਆ, ਤਾਂ ਕੇਸ ਜਿਹੜਾ ਸੈਕੰਡ ਕੇਸ ਹੈ ਉਹ ਨਹੀਂ ਚੱਲੇਗਾ। ਇਹ ਸਮਾਨਤਾ ਹੈ ਦੋਨਾਂ ਦੇ ਵਿੱਚ, ਪਰ ਕੰਡੀਸ਼ਨ ਅਲੱਗ ਅਲੱਗ ਨੇ। ਨੈਕਸਟ ਕੁਐਸਚਨ ਨੰਬਰ 3, ਡਿਫਾਈਨ ਸੈਟ ਆਫ ਐਂਡ ਕਾਊਂਟਰ ਕਲੇਮ। ਇਹ ਹੈਗਾ ਕੁਐਸਚਨ ਨੰਬਰ 3, ਇਹਦੇ ਪਾਰਟ ਹੈਗੇ ਨੇ 3, A, B ਤੇ C, ਹਰ ਪਾਰਟ ਹੈਗਾ 5-5 ਨੰਬਰ ਦਾ, ਠੀਕ ਹੈ ਜੀ। ਡਿਫਾਈਨ ਸੈਟ ਆਫ ਐਂਡ ਕਾਊਂਟਰ ਕਲੇਮ ਮੈਨੂੰ ਦੱਸਣਗੇ ਡਿਸਟ੍ਰਿਕਟ ਜਲੰਧਰ, ਡਿਸਟ੍ਰਿਕਟ ਰੋਪੜ, ਡਿਸਟ੍ਰਿਕਟ ਰੋਪੜ ਤੋਂ ਕਾਨੂੰਨ ਸਾਹਿਬਾਨ ਦੱਸਣਗੇ ਜੀ ਸੈਟ ਆਫ ਤੇ ਕਾਊਂਟਰ ਕਲੇਮ ਦੀ ਡੈਫੀਨੇਸ਼ਨ ਕਿੱਥੇ ਹੈ। ਅੱਗੇ ਚਲੋ, ਡਿਸਟ੍ਰਿਕਟ ਗੁਰਦਾਸਪੁਰ, ਸੈਟ ਆਫ ਤੇ ਕਾਊਂਟਰ ਕਲੇਮ, ਦੈਨ ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ऑर्डर 8 ਤੇ ਹੈ ਜੀ ਸਰ ਜੀ। ਸੈਟ ਆਫ ਕਾਊਂਟਰ ਕਲੇਮ, ਹਾਂਜੀ, ਆਰਡਰ 8 ਦਾ 6 ਤੇ 6A ਹੈ ਜੀ। ਠੀਕ ਹੈ ਜੀ। 6 ਤੇ 6 written statement, set of counter claim, counterclaim by the defendant, set of
6 है सर। सिक्स सेट ऑफ 6A काउंटर क्लेम है जी। ਇਹ ਦੱਸੋਗੇ ਜੀ ਸੈਟ ਆਫ ਤੇ ਕਾਊਂਟਰ ਕਲੇਮ 'ਚ ਕੀ ਫਰਕ ਹੈ? ਸੈਟ ਆਫ ਕੀ ਹੁੰਦਾ, ਕਾਊਂਟਰ ਕਲੇਮ ਕੀ ਹੁੰਦਾ? ਹਾਂਜੀ ਪਤਾ ਜੀ ਕਿਸੇ ਨੂੰ? ਕਿਤੇ ਸਰ ਰਿਡਕਸ਼ਨ ਆਣੀ ਡਿਸਚਾਰਜ ਡੈਬਿਟ ਡਿਸਚਾਰਜ ਆ ਜਿਹੜੇ ਉਹਦੇ ਰਿਡਕਸ਼ਨ ਵੀ ਕਰ ਸਕਦਾ ਡੈਬਟਰ ਦੇ ਅਗੇਂਸਟ ਜਿਹੜਾ ਸੈਟ ਆਊਟ ਦੇ ਵਿੱਚ। ਦੇਖੋ ਆਪਾਂ ਨੂੰ ਨਾ ਜੇ ਜਿਹੜਾ ਸਿੰਪਲ ਕਾਊਂਟਰ ਕਲੇਮ ਹੈ ਉਹ ਹਾਂਜੀ ਆਪਾਂ ਨੂੰ ਨਾ ਸਿੰਪਲ ਨੌਲੇਜ ਹੋਵੇ ਫਿਰ ਆਪਾਂ ਨੂੰ ਕੁਐਸਚਨ ਸਮਝਣ 'ਚ ਕੋਈ ਦਿੱਕਤ ਨਹੀਂ ਆਉਂਦੀ। ਜੇ ਸਾਨੂੰ ਥੋੜਾ ਜਵਾਨੀ ਤੌਰ ਤੇ ਜਾਣਕਾਰੀ ਹੋਵੇ ਵੀ ਸੈਟ ਆਫ ਕਾਊਂਟਰ ਕਲੇਮ ਇਹ ਇਹਨਾਂ ਦੇ ਮੀਨਿੰਗ ਕੀ ਨੇ, ਮਤਲਬ ਕੀ ਹੈ ਇਹਨਾਂ ਦਾ ਅਸਲ 'ਚ। ਦੇਖੋ ਸੈਟ ਆਫ ਕੀ ਹੁੰਦਾ ਹੈ? ਸੈਟ ਆਫ ਇਹ ਹੁੰਦਾ ਹੈ, ਕਾਊਂਟਰ ਕਲੇਮ ਤਾਂ ਇਹ ਹੁੰਦਾ ਹੈ ਇੱਕ ਪਾਰਟੀ ਨੇ ਦਾਅਵਾ ਦਾਇਰ ਕੀਤਾ, ਇਹ ਪਾਰਟੀ ਨੇ ਦਾਅਵਾ ਦਾਇਰ ਕੀਤਾ ਵੀ ਮੈਂ ਤੋਂ 8 ਲੱਖ ਰੁਪਏ ਲੈਣਾ ਹੈ ਬੀ ਪਾਰਟੀ ਤੋਂ। ਬੀ ਪਾਰਟੀ ਨੇ ਜਦੋਂ ਰਿਪਲਾਈ ਦਿੱਤਾ ਆਪਣਾ, ਬੀ ਪਾਰਟੀ ਨੇ ਜਦੋਂ ਆਪਣਾ ਰਿਪਲਾਈ ਦਿੱਤਾ, ਉਹਨੇ ਆਪਣੀ ਰਿਪਲਾਈ ਵਿੱਚ ਕਿਹਾ ਵੀ ਮੈਨੇ ਵੀ ਤੋਂ 3 ਲੱਖ ਰੁਪਏ ਲੈਣਾ ਹੈ ਜਾਂ ਮੈਨੇ ਤੋਂ 10 ਲੱਖ ਰੁਪਏ ਲੈਣਾ ਹੈ, ਇਹ ਕਹਿ ਲਈਏ, ਉਹ ਤਾਂ ਕਾਊਂਟਰ ਕਲੇਮ ਹੋ ਗਿਆ ਉਸੇ ਸੂਟ ਦੇ ਵਿੱਚ, ਇੱਕੋ ਸੂਟ ਦੇ ਵਿੱਚ। ਠੀਕ ਹੈ ਜੀ, ਇਹਦਾ ਹੋ ਗਿਆ ਕਾਊਂਟਰ ਕਲੇਮ। ਜੋ ਦੂਜੀ ਪਾਰਟੀ ਡਿਫੈਂਡੈਂਟ ਪਾਰਟੀ ਵੀ ਕਹਿੰਦੀ ਹੈ ਮੈਂ ਵੀ ਪੈਸੇ ਲੈਣੇ ਨੇ ਤੋਂ, ਮੈਂ ਸਗੋਂ ਇਸ ਤੋਂ ਵੱਧ ਲੈਣੇ ਨੇ ਜਾਂ ਘੱਟ ਲੈਣੇ ਨੇ, ਜੋ ਵੀ ਲੈਣੇ, ਠੀਕ ਹੈ, ਉਹ ਕਲੇਮ ਕਰਦੀ ਹੈ ਪਾਰਟੀ ਇਹਦੇ ਤੋਂ। ਇਹਦੇ ਵਾਸਤੇ ਫਿਰ ਵੱਖਰਾ ਕਲੇਮ ਕਰਨ ਦੀ ਲੋੜ ਨਹੀਂ ਜੀ। ਵੱਖਰਾ ਕਲੇਮ ਕਰਨ ਦੀ ਲੋੜ ਨਹੀਂ ਹੈਗੀ, ਵੱਖਰਾ ਦਾਵਾ ਪਾ ਸਕਦੇ ਹੋ। ਫਿਰ ਕਿਉਂ ਨਹੀਂ ਪਾਇਆ? ਪਹਿਲਾਂ ਨਹੀਂ ਪਾਇਆ ਤਾਂ ਨਹੀਂ ਪਾਇਆ, ਤਾਂ ਹੁਣ ਪਾ ਦਿਓ। ਹੁਣ ਤੁਹਾਡੇ ਖਿਲਾਫ ਪੈ ਗਿਆ, ਉਹ ਤੁਸੀਂ ਕਹਿੰਦੇ ਪਹਿਲ ਨਹੀਂ ਸੀ ਕਰਨਾ ਚਾਹੁੰਦੇ, ਠੀਕ ਹੈ, ਪਰ ਪਾਰਟੀ A ਨੇ ਤੁਹਾਡੇ ਖਿਲਾਫ ਦਾਵਾ ਦਾਇਰ ਕਰ ਦਿੱਤਾ। ਹੁਣ ਪਾਰਟੀ B ਕੀ ਕਰੇਗੀ? ਅਲੱਗ ਦਾਵਾ ਦਾਇਰ ਕਰਨ ਦੀ ਲੋੜ ਨਹੀਂ ਹੈ, ਉਸੇ ਦਾਅਵੇ ਤੇ ਤੁਸੀਂ ਕਾਊਂਟਰ ਕਲੇਮ ਕਰੋਗੇ। ਜੇਕਰ ਕਿਸੇ ਸਟੇਜ ਤੇ ਆ ਕੇ ਜਿਹੜੀ ਪਾਰਟੀ A ਹੈਗੀ ਹੈ ਉਹ ਕਹਿੰਦੀ ਮੈਂ ਕੇਸ ਨੂੰ ਵਾਪਸ ਲੈਣੀ ਆ, ਠੀਕ ਹੈ, ਤਾਂ ਉਹ ਕੇਸ ਵਾਪਸ ਨਹੀਂ ਹੋਏਗਾ। ਫਿਰ ਉਹ ਐਜ਼ ਏ ਪਲੈਂਟਿਫ ਜਿਹੜੇ ਬੰਦੇ ਨੇ ਡਿਫੈਂਡੈਂਟ ਜਿਹੜੇ ਬੰਦੇ ਨੇ ਕਾਊਂਟਰ ਕਲੇਮ ਕੀਤਾ ਹੈ ਉਹ ਦਾਵਾ ਚੱਲੇਗਾ ਜਦੋਂ ਤੱਕ ਉਹ ਨਹੀਂ ਵਾਪਸ ਲੈਂਦਾ। ਮਤਲਬ ਕਿ ਇੱਕ ਤਰ੍ਹਾਂ ਦਾ ਇਹ ਕਹਿ ਲਈਏ ਵੀ ਉਹ ਵੀ ਦਾਵਾ, ਇੱਕ ਤਰ੍ਹਾਂ ਦਾ ਦਾਵਾ ਦਾਇਰ ਹੋ ਗਿਆ ਬੀ ਪਾਰਟੀ ਵੱਲੋਂ, ਠੀਕ ਹੈ ਜੀ, ਇਹਦਾ ਕਾਊਂਟਰ ਕਲੇਮ ਹੁੰਦਾ ਹੈ। ਸੈਟ ਆਫ ਇਹ ਹੁੰਦਾ ਹੈ ਇੱਕ ਬੰਦੇ ਦੇ ਖਿਲਾਫ ਡਿਗਰੀ ਪਾਸ ਹੋ ਗਈ 5 ਲੱਖ ਰੁਪਏ ਦੀ, ਠੀਕ ਹੈ ਜੀ, ਤੇ ਉਹ ਡਿਗਰੀ ਦੀ ਕੁਝ ਪੇਮੈਂਟ ਹੈ। A ਪਾਰਟੀ ਨੇ ਡਿਗਰੀ ਲਈ ਹੈ ਤੇ B ਪਾਰਟੀ ਦੇ ਖਿਲਾਫ ਡਿਗਰੀ ਲਈ ਹੈ। B ਪਾਰਟੀ ਨੇ ਕੁਝ ਪੇਮੈਂਟ ਦੇ ਦਿੱਤੀ ਉਹਨੂੰ, ਕਿਸੇ ਵੀ ਤਰੀਕੇ ਨਾਲ ਦੇ ਦਿੱਤੀ, ਉਹਨਾਂ ਦਾ ਸੈਟ ਆਫ ਹੋ ਗਿਆ, ਡਿਗਰੀ ਉਹਨੀ ਸੈਟ ਆਫ ਹੋ ਚੁੱਕੀ। ਜਦੋਂ ਕੋਈ ਡਿਗਰੀ ਕਿਸੇ ਕੋਰਟ ਨੂੰ ਅਸੀਂ ਐਗਜ਼ੀਕਿਊਸ਼ਨ ਲਈ ਭੇਜਦੇ ਹਾਂ, ਮੰਨ ਲਓ A ਕੋਰਟ ਹੈਗੀ ਹੈ, ਕਿਸੇ C ਕੋਰਟ ਨੂੰ D ਕੋਰਟ ਨੂੰ ਡਿਗਰੀ ਭੇਜਦੀ ਹੈ ਐਗਜ਼ੀਕਿਊਸ਼ਨ ਦੇ ਖਾਤਰ, ਤਾਂ ਉਹ ਡਿਗਰੀ 'ਚ ਸਪੈਸੀਫਾਈ ਕੀਤਾ ਜਾਂਦਾ ਹੈ ਵੀ ਇਹ ਡਿਗਰੀ ਕਿੰਨੇ ਪੈਸੇ ਦੀ ਸੀਗੀ, ਕਿੰਨੀ ਸੈਟ ਆਫ ਹੋ ਚੁੱਕੀ ਹੈ, ਕਿੰਨੀ ਬਾਕੀ ਰਹਿੰਦੀ ਹੈ। ਇੱਕ ਵਰਡ ਹੈ ਸੈਟ ਆਫ ਦਾ, ਵੀ ਕਿੰਨੇ ਪੈਸੇ ਆਲਰੇਡੀ ਇਹਦੇ ਵਿੱਚੋਂ ਆ ਚੁੱਕੇ ਹੈਗੇ ਆ, ਇਹ ਸੈਟ ਆਫ ਹੈ। ਠੀਕ ਹੈ ਜੀ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ। What are the conditions for the application of rule of set off? What are the conditions for application of rule of set off? ਕਿਹੜੇ ਕੰਡੀਸ਼ਨ ਹੁੰਦੇ? ਹਾਂਜੀ ਕੀ ਆ ਗਿਆ ਜੀ? 6 ਦੇ ਵਿੱਚ ਹੀ ਆ ਗਿਆ, ਆਰਡਰ 8 ਦੇ ਵਿੱਚ ਹੀ ਆ ਗਿਆ, ਸੈਟ ਆਫ ਦੇ ਵਿੱਚ ਹੀ ਆ ਗਿਆ। ਠੀਕ ਹੈ ਜੀ, 6A I think। Counter claim by the defendant. ਇਹਦੇ ਵਿੱਚ ਹੀ ਆ ਗਿਆ ਜੀ 6A ਦੇ ਵਿੱਚ। 6 ਹਾਂ ਇਹ 6A। ਗੱਲ ਤੁਸੀਂ ਸੈਟ ਆਫ ਦੀ ਕੰਡੀਸ਼ਨਸ ਪੁੱਛੀਆਂ, ਉਹਨੇ ਪਾਰਟਿਕੂਲਰ ਦਿੱਤੇ, ਪਾਰਟਿਕੂਲਰ ਆਫ ਸੈਟ ਆਫ ਟੂ ਬੀ ਗਿਵਨ ਇਨ ਰਿਟਨ ਸਟੇਟਮੈਂਟ 6 ਆਊਗਾ ਸਰ, ਦੇਖਿਓ ਤਾਂ 8 ਨੂੰ ਆਉਂਦਾ 6 ਨੰਬਰ। ਸੈਟ ਆਫ ਬਾਰੇ ਪੁੱਛ ਰਿਹਾ ਜੀ, ਕਾਊਂਟਰ ਕਲੇਮ ਬਾਰੇ ਨਹੀਂ ਪੁੱਛ ਰਿਹਾ। ਸੈਟ ਆਫ, ਕਾਊਂਟਰ ਕਲੇਮ ਨਹੀਂ, ਸੈਟ ਆਫ। Particulars of the set off to be given in written statement. Eight to the 6 ਰਿਟਨ ਸਟੇਟਮੈਂਟ ਦੇਖੋ ਦੇਣੀ ਕਿਹਨੇ ਹੁੰਦੀ ਹੈ? ਡਿਫੈਂਡੈਂਟ ਨੇ ਦੇਣੀ ਹੈ।
ठीक है। क्वेश्चन ਤੁਹਾਡਾ ਹੈਗਾ what are the conditions for application of rule of set off, ਕਿਹਨੇ ਕਿਹਨੇ ਕੰਡੀਸ਼ਨਾਂ ਹੁੰਦੀਆਂ ਨੇ set off rule ਦੀਆਂ। ਇਹ ਸਰ 6 ਆਉਣਾ ਜੀ। 6 ਚ ਆ ਜਾਊਗਾ ਜੀ ਸਾਰਾ ਇਹ, ਠੀਕ ਹੈ। ਮੈਂ ਤੁਹਾਨੂੰ ਜਵਾਨੀ ਯਾਦ ਹੋ ਗਈ ਜੀ, ਹੁਣ ਪੇਪਰ ਤੁਹਾਨੂੰ ਉਲਝੂਗੇ ਨਹੀਂ ਕਿੱਥੋਂ ਚੱਕਣਾ ਹੈ ਕਾਊਂਟਰ ਕਲੇਮ, ਕਿੱਥੋਂ ਲੈਣਾ ਹੈਗਾ ਸੈਟ ਆਫ ਲੈਣਾ ਹੈ, ਠੀਕ ਹੈ ਜੀ। ਨੈਕਸਟ ਆ ਗਿਆ ਵਾਟ ਇਜ਼ ਦਾ ਡਿਸਟਿੰਕਸ਼ਨ ਬਿਟਵੀਨ ਦਾ ਸੈਟ ਆਫ ਐਂਡ ਦਾ ਕਾਊਂਟਰ ਕਲੇਮ, ਆਪਾਂ ਡਿਸਕਸ ਕਰ ਚੁੱਕੇ ਹਾਂ। ਇਹ ਤੁਸੀਂ ਕਾਊਂਟਰ ਕਲੇਮ ਵੀ ਲਿਖ ਦੋਗੇ ਤੇ ਰੈਵਨਿਊ ਉਹ ਵੀ ਲਿਖ ਦੋਗੇ, ਇਹ ਤੁਹਾਨੂੰ ਸਮਝ ਆ ਗਈ, ਠੀਕ ਹੈ ਜੀ। ਕਾਊਂਟਰ ਕਲੇਮ ਤੇ ਸੈਟ ਆਫ 'ਚ ਫਰਕ ਕੀ ਹੈਗਾ, ਇਹ ਵੀ ਇਹਦੇ ਵਿੱਚ ਹੀ ਕਵਰ ਹੋ ਗਿਆ ਤੁਹਾਡੇ ਦੋਹੇ ਜਿਹੜੇ ਸੈਕਸ਼ਨ ਉੱਪਰਲੇ ਪੜ੍ਹੇ ਸੀ ਆਪਾਂ ਨੇ। ਛੇ ਤੇ 6A, ਠੀਕ ਹੈ ਜੀ। 6 ਤੇ 6A ਦੋਨਾਂ ਚ ਆ ਜਾਂਦਾ ਜੀ। ਇਹ ਡਿਫਰੈਂਸ ਪੁੱਛਿਆ ਕੀ ਹੈ, ਦੋਨੋਂ ਦਾ ਡਿਫਰੈਂਸ ਦੱਸ ਦੋਗੇ ਤੁਸੀਂ, ਸ਼ਾਰਟ ਚ ਲਿਖ ਦੋਗੇ ਪਰ ਜ਼ਿਆਦਾ ਲੰਮਾ ਚੌੜਾ ਲਿਖਣ ਦੀ ਲੋੜ। ਨੈਕਸਟ ਕੁਐਸਚਨ ਹੈਗਾ ਨੰਬਰ 4, what is meant by attachment, what is meant by attachment। ਇਹ ਕੁਐਸਚਨ ਨੰਬਰ 4 ਹੈ, ਇਹਦੇ ਦੋ ਪਾਰਟ ਨੇ, ABC ਤਿੰਨ ਪਾਰਟ ਨੇ। ਕੁਐਸਚਨ ਨੰਬਰ 4 ਦੇ ਤਿੰਨ ਪਾਰਟ ਨੇ ਜੀ, ਹਰ ਪਾਰਟ ਜਿਹੜਾ ਹੈ ਤੁਹਾਡਾ 5 ਨੰਬਰ ਦਾ ਹੈ ਤੇ ਤਿੰਨੇ ਪਾਰਟ ਕਰਨੇ ਜ਼ਰੂਰੀ ਨੇ। ਪਾਰਟ A, ਕੁਐਸਚਨ ਨੰਬਰ 4 ਦਾ ਪਾਰਟ A ਕਹਿੰਦਾ what is meant by the attachment। ਅਟੈਚਮੈਂਟ ਦਾ ਕੀ ਮਤਲਬ ਹੈ ਜੀ? ਹੈ ਜੀ ਰੂਲ 41 ਜੀ ਆਰਡਰ ਆਉ ਸਰ 41 ਤਾਂ ਅਪੀਲਾਂ ਦਾ ਹੈ, ਅਪੀਲ ਫਰੋਮ ਦਾ ओरिजिनल डिक्रीज। ਆਰਡਰ 60 ਆਏਗਾ ਸਰ। ਉਹ ਆਰਡਰ 21 ਦਾ 13 ਆਰਡਰ 60 ਤਾਂ ਹੈ ਹੀ ਨਹੀਂ ਗਿਆ, ਆਰਡਰ 60 ਤਾਂ ਹੈ ਹੀ ਨਹੀਂ ਗਿਆ ਬੁੱਕ ਦੀ ਤੁਹਾਡੀ ਚ। 60 ਸੈਕਸ਼ਨ ਆਉਣਾ ਆਰਡਰ 21 ਦਾ 13 ਆਊਗਾ ਜੀ। ਆਰਡਰ 21 ਦਾ 13 ਦੇਖੋ ਸਰ। ਆਰਡਰ 21 ਯਾਰ ਸਾਰੇ ਨਾ ਬੋਲੋ ਪਲੀਜ਼, ਇੱਕ ਇੱਕ ਜਣਾ ਪੰਡਤ ਜੀ ਸ਼ਰਮਾ ਓਕੇ ਜੀ। ਆਰਡਰ 21 ਐਗਜ਼ੀਕਿਊਸ਼ਨ ਆਫ ਡਿਗਰੀ ਹੈ, ਆਰਡਰ 21 ਐਗਜ਼ੀਕਿਊਸ਼ਨ ਆਫ ਡਿਗਰੀ ਹੈ। ਸਰ ਇੱਕ ਦੱਸਿਓ ਡਿਗਰੀ ਕੋਈ ਪਾਸ ਹੋ ਚੁੱਕੀ ਹੈ। ਹਾਂਜੀ ਸਰ, ਜੇ ਅਟੈਚਮੈਂਟ ਬਾਰੇ ਕੁਐਸਚਨ ਪੁੱਛਿਆ ਤਾਂ ਸਾਡੇ ਕੋਲ ਸੈਕਸ਼ਨ ਦੇ ਵਿੱਚ ਅਵੇਲੇਬਲ ਹੈ, ਤਾਂ ਫਿਰ ਅਸੀਂ ਆਰਡਰਸ ਦੇ ਵਿੱਚ ਕਿਉਂ ਜਾਵਾਂਗੇ? ਨਹੀਂ ਆਉਂਦੀ ਲੋੜ, ਜੇ ਸੈਕਸ਼ਨ ਨਹੀਂ ਆਉਂਦੀ ਅਟੈਚਮੈਂਟ ਦੇਖੋ ਸਰ 60 ਕਹਿ ਰਿਹਾ ਗਰਾਇਆ ਸਾਹਿਬ ਵੀ, ਮੈਂ ਬਿਲਕੁਲ, ਦੇਖਿਓ ਮਾੜਾ ਜਿਹਾ। ਬਿਲਕੁਲ ਠੀਕ ਹੈ। 60 61 ਆਲ ਆਰ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਆਰਡਰ 60 ਹਾਂਜੀ ਜਜਮੈਂਟ ਡਿਗਰੀ ਆਰਡਰ ਜੇ ਅਸੀਂ ਤਾਂ ਜਾਵਾਂਗੇ ਜੇ ਸਾਨੂੰ ਇਹ ਚ ਅਵੇਲੇਬਲ ਨਹੀਂ ਆ। ਜੇ ਇਹਦੇ ਵਿੱਚ ਅਵੇਲੇਬਲ ਹੈ ਤਾਂ ਇਹ ਸੈਕਸ਼ਨ ਦਾ ਰੈਫਰੈਂਸ ਦੇਣਾ ਜ਼ਿਆਦਾ ਬੈਟਰ ਨਹੀਂ ਹੈ? ਜੀ ਦੱਸੋ। ਜ਼ਿਆਦਾ ਬੈਟਰ ਹੈ ਜੀ, ਜ਼ਿਆਦਾ ਬੈਟਰ ਹੈ। ਆਰਡਰ ਦੇਖੋ ਉਹ ਹੈਗਾ ਪ੍ਰੋਸੀਜਰ ਹੈ ਸਾਰਾ ਤੁਹਾਡਾ, ਜਿੰਨੇ ਵੀ ਤੁਹਾਡੇ ਆਰਡਰ ਨੇ। ਆਪਾਂ ਗੱਲ ਕਰ ਗਏ ਹਾਂ ਪਹਿਲਾਂ ਵੀ ਬਹੁਤ ਵਾਰੀ ਕੀਤੀ ਹੈ ਮੈਨੇ ਵੀ, ਜਿੰਨੇ ਤੁਹਾਡਾ ਸੈਕਸ਼ਨਸ ਜਿਹੜੇ ਹੈਗੇ ਤੁਹਾਡਾ ਇੱਕ ਤਰ੍ਹਾਂ ਦਾ ਲਾਅ ਹੈਗਾ। ਅੱਗੇ ਜਿਹੜੇ ਆਰਡਰਸ ਨੇ ਹਾਊ ਟੂ ਇੰਪਲੀਮੈਂਟ ਦਾ ਲਾਅ, ਠੀਕ ਹੈ ਜੀ। ਆਰਡਰਸ ਨੇ ਅਸੀਂ ਉਹ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਲਓ ਵੀ ਤੁਹਾਡਾ ਮੈਨੂਅਲ ਹੈ ਵੀ ਕਿਵੇਂ ਤੁਸੀਂ ਪ੍ਰੋਸੀਜਰ ਅਡਾਪਟ ਕਰਨਾ ਹੈ, ਕਾਰਵਾਈ ਕਿਵੇਂ ਕਰਨੀ ਹੈ, ਠੀਕ ਹੈ ਜੀ। ਸੈਕਸ਼ਨ 60 ਪ੍ਰੋਪਰਟੀ ਲਾਇਬਲ ਟੂ ਬੀ ਅਟੈਚਮੈਂਟ ਐਂਡ ਸੇਲ ਇਨ ਐਗਜ਼ੀਕਿਊਸ਼ਨ ਆਫ ਡਿਗਰੀ। ਅਟੈਚਮੈਂਟ ਦੇ ਲਈ ਸੈਕਸ਼ਨ 60 ਤੋਂ ਲੈ ਕੇ ਤੁਹਾਡੇ 60 ਤੋਂ ਲੈ ਕੇ 64 ਤੱਕ ਸੈਕਸ਼ਨਸ ਹੈਗੇ ਜਿੱਥੇ ਅਸੀਂ ਅਟੈਚਮੈਂਟ ਕਰਦੇ ਹਾਂ, ਠੀਕ ਹੈ ਜੀ। ਕਿਸੇ ਦੀ ਸੈਲਰੀ ਪ੍ਰੋਪਰਟੀ, ਕਿਸੇ ਦੀ ਐਗਰੀਕਲਚਰ ਪ੍ਰੋਡਿਊਸ ਵੀ ਅਟੈਚ ਹੋ ਸਕਦੀ ਹੈ, ਸੈਲਰੀ ਵੀ ਪ੍ਰੋਡਿਊਸ ਅਟੈਚ ਹੋ ਸਕਦੀ ਹੈ, ਇਮੂਵੇਬਲ ਪ੍ਰੋਪਰਟੀ ਵੀ ਅਟੈਚ ਹੋ ਸਕਦੀ ਹੈ। ਇਹ ਸੈਕਸ਼ਨ 60 ਤੋਂ ਤੁਸੀਂ ਲਿਖੋਗੇ ਜੀ। ਧੰਨਵਾਦ ਜੀ। 60
ਤੇ ਕਾਫੀ ਲੰਮਾ ਚੌੜਾ ਲਿਖਿਆ, ਪਰ ਫਿਰ ਤੁਸੀਂ ਦੇਖੋਗੇ ਇਹਦੇ ਚ ਕਿਉਂਕਿ ਜ਼ਰੂਰਤ ਪੈਂਦੀ ਹੈ ਸੈਕਸ਼ਨ ਦੀ ਬਹੁਤ ਜ਼ਿਆਦਾ। property liable to be attachment and sale in the execution of a degree। ਡੈਫੀਨੇਸ਼ਨ ਤਾਂ ਨਹੀਂ ਕਿਤੇ ਆਂਦਾ ਹੈ ਅਟੈਚਮੈਂਟ। ਜਰਾ ਚੈੱਕ ਕਰੋ, ਜੇ ਸ਼ਾਰਟ 'ਚ ਲਿਖਣਾ ਹੋਵੇ ਤਾਂ ਕਿਤੇ ਡੈਫੀਨੇਸ਼ਨ 'ਚ ਆਂਦਾ ਹੈ ਅਟੈਚਮੈਂਟ ਬਾਰੇ। ਨਹੀਂ ਆਉਂਦਾ ਕਿਤੇ। ਤੁਸੀਂ ਕਿਵੇਂ ਅਟੈਂਪਟ ਕਰੋਗੇ ਇਸ ਕੁਐਸਚਨ ਨੂੰ? 60 ਨੰਬਰ ਸੈਕਸ਼ਨ ਤੁਸੀਂ ਸਾਰਾ ਲਿਖੋਗੇ ਕਿ ਨਹੀਂ ਲਿਖ ਸਕਦੇ ਇੰਨਾ? ਤੁਹਾਡੇ ਤੋਂ ਪੁੱਛਿਆ ਗਿਆ ਹੈ ਕੁਐਸਚਨ ਹੈਗਾ ਵਾਟ ਇਜ਼ ਮੀਨਡ ਬਾਈ ਅਟੈਚਮੈਂਟ। ਸਰ ਸਿਰਫ ਪਹਿਲਾ ਪੈਰਾ ਲਿਖਾਂਗੇ ਜੀ, ਹੈ ਜੀ, ਪਹਿਲਾ ਹੀ ਪੈਰਾ ਲਿਖਾਂਗੇ ਜੀ, ਬਾਕੀ ਤਾਂ ਜੀ ਉਹਦੀ ਸਾਰੀ ਡਿਟੇਲ ਹੀ ਹੈ ਜੀ। The following property is liable to be attachment and sale in the execution of a degree, namely lands। ਇਹ ਤਾਂ property ਦੱਸਦੀਆਂ ਨੇ ਕਿਹੜੀਆਂ ਕਿਹੜੀਆਂ ਅਟੈਚ ਕਰ ਸਕਦੇ ਹੋ ਤੁਸੀਂ। ਤੁਸੀਂ ਜੇ ਆਪਦੀ ਓਨ ਲੈਂਗੁਏਜ ਲਿਖ ਦੋਗੇ ਤਾਂ ਜ਼ਿਆਦਾ ਬੈਟਰ ਹੋਏਗਾ। ਅਟੈਚਮੈਂਟ ਕੀ ਹੁੰਦੀ ਹੈ? ਅਟੈਚਮੈਂਟ ਤਾਂ ਕਿ ਕੋਈ ਜਿਹੜੀ ਪ੍ਰੋਪਰਟੀ ਹੈ ਫਰਦਰ ਅਲਾਈਨੇਟ ਨਾ ਹੋ ਸਕੇ। ਕਿਸੇ ਵਿਅਕਤੀ ਨੂੰ ਕਿਸੇ ਨੂੰ ਰੈਸਟ ਕਰਨਾ ਹੋਵੇ, ਉਹ ਨਾ ਹਾਜ਼ਰ ਆਵੇ ਤਾਂ ਵੀ ਅਟੈਚਮੈਂਟ ਕੀਤੀ ਜਾ ਸਕਦੀ ਕਿਸੇ ਦੀ ਪ੍ਰੋਪਰਟੀ। ਜਾਂ ਕੋਈ ਪ੍ਰੋਪਰਟੀ ਡਿਗਰੀ ਕੋਈ ਪਾਸ ਹੋਈ ਹੋਵੇ ਕਿਸੇ ਵਿਅਕਤੀ ਦੇ ਖਿਲਾਫ, ਉਹਦੀ ਪ੍ਰੋਪਰਟੀ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ, ਠੀਕ ਹੈ, ਡਿਗਰੀ ਤੋਂ ਉਸ ਡਿਗਰੀ ਨੂੰ ਸੈਟੀਸਫਾਈ ਕਰਾਉਣ ਦੀ ਖਾਤਰ ਵੀ ਕਿਸੇ ਦੀ ਪ੍ਰੋਪਰਟੀ ਅਟੈਚ ਕੀਤੀ ਜਾ ਸਕਦੀ ਹੈ। ਤੇ ਪਾਰਸ਼ਲ ਐਗਜ਼ੰਪਸ਼ਨ ਆਫ ਐਗਰੀਕਲਚਰ ਪ੍ਰੋਡਿਊਸ, ਸੀਜ਼ਰ ਆਫ ਦ ਪ੍ਰੋਪਰਟੀ ਇਨ ਡਿਵੈਲਿੰਗ ਹਾਊਸ, ਪ੍ਰੋਪਰਟੀ ਅਟੈਚਡ ਇਨ ਐਗਜ਼ੀਕਿਊਸ਼ਨ ਆਫ ਡਿਗਰੀ ਆਫ ਦ ਸੈਵਰਲ ਕੋਰਟਸ। ਚੱਲਦੇ ਕੇਸ ਦੌਰਾਨ ਵੀ ਹੋ ਸਕਦੀ ਹੈ। ਹਾਂ, ਹੋ ਸਕਦੀ ਹੈ। ਕਿਸੇ ਚੱਲਦੇ ਕੇਸ ਦੌਰਾਨ ਵੀ ਹੋ ਸਕਦਾ। ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਹੋਵੇ, ਅਸੀਂ ਡਿਗਰੀ ਪਾਸ, ਉਹਦੇ ਅਗੇਂਸਟ ਡਿਗਰੀ ਪਾਸ ਹੋਈ ਹੋਵੇ, ਉਹਨੂੰ ਵੀ ਅਰੈਸਟ ਕੀਤਾ, ਉਹਦੀ ਪ੍ਰੋਪਰਟੀ ਵੀ ਅਟੈਚ ਕਰ ਸਕਦੇ ਹਾਂ। ਜੇ ਕੋਈ ਬੰਦਾ ਵਾਰ-ਵਾਰ ਸਮਨ ਭੇਜਣ ਦੇ ਬਾਵਜੂਦ ਵੀ ਕੋਰਟ ਦੇ ਵਿੱਚ ਹਾਜ਼ਰ ਨਾ ਹੋਵੇ। ਪ੍ਰਾਈਵੇਟ ਅਲਾਈਨੇਸ਼ਨ ਆਫ ਦ ਪ੍ਰੋਪਰਟੀ ਆਫਟਰ ਅਟੈਚਮੈਂਟ ਟੂ ਬੀ ਵਾਇਡ। ਸਰ ਪਹਿਲਾ ਕਿਹੜਾ ਕੋਡ ਇਹ ਤੁਸੀਂ ਮੇਰੇ ਖਿਆਲ ਦੇਖੋ, ਤੁਸੀਂ ਥੋੜਾ ਜਿਹਾ ਓਨ ਲੈਂਗੁਏਜ 'ਚ ਲਿਖੋਗੇ, ਫਿਰ ਤੁਸੀਂ ਆਹ ਜਿਹੜੇ ਪੰਜੇ ਪਹਿਰੇ ਹੈਗੇ ਨੇ 60 ਤੋਂ ਲੈ ਕੇ 65 ਤੱਕ, 64 ਤੱਕ, ਠੀਕ ਹੈ, ਇਹ ਸਾਰੇ ਦੇ ਸਾਰੇ ਇੱਕ ਇੱਕ ਹੈਡਲਾਈਨ ਇਹਦਾ ਲਿਖ ਦੋਗੇ ਤੁਸੀਂ। ਠੀਕ ਹੈ ਜੀ। ਤੁਹਾਡੇ ਤੋਂ ਪ੍ਰੋਪਰਟੀਆਂ ਨਹੀਂ ਪੁੱਛੀਆਂ ਗਈਆਂ, ਤੁਹਾਡੇ ਤੋਂ ਪ੍ਰੋਪਰਟੀਆਂ ਨਹੀਂ ਪੁੱਛੀਆਂ ਗਈਆਂ ਵੀ ਕਿਹੜੀ ਪ੍ਰੋਪਰਟੀ ਅਟੈਚ ਕਰਨੀ ਹੈ। ਆਪਣੇ ਤੋਂ ਪ੍ਰੋਪਰਟੀ ਜਿਹੜਾ 60 ਨੰਬਰ ਕੱਲਾ ਹੈ, ਇਟ ਇਜ਼ ਓਨਲੀ ਰੈਲੀਵੈਂਟ ਵਿਦ ਦ ਪ੍ਰੋਪਰਟੀਜ਼। ਕਿਹੜੀਆਂ ਕਿਹੜੀਆਂ ਪ੍ਰੋਪਰਟੀਆਂ ਤੁਸੀਂ ਅਟੈਚ ਕਰ ਸਕਦੇ ਹੋ। ਆਪਣੇ ਤੋਂ ਇਹ ਤਾਂ ਨਹੀਂ ਪੁੱਛਿਆ ਗਿਆ। ਆਪਣੇ ਤੋਂ ਪੁੱਛਿਆ ਗਿਆ ਅਟੈਚਮੈਂਟ ਕੀ ਹੁੰਦੀ ਹੈ। ਅਟੈਚਮੈਂਟ ਦਾ ਚਾਰੇ ਪੰਜੇ ਜਿਹੜੀਆਂ ਹੈਗੀਆਂ ਸਾਰੀਆਂ ਅਟੈਚਮੈਂਟਾਂ ਨੇ। ਸਰ ਜੇ ਪੰਜਾਬੀ ਦੇ ਵਿੱਚ ਥੋੜਾ ਲਿਖਿਆ ਜਾ ਸਕਦਾ? ਦੇਖੋ, ਪ੍ਰੈਫਰ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪੇਪਰ ਜੁਡੀਸ਼ੀਅਲ ਜਾਂਦੇ ਹੈਗੇ ਤੁਹਾਡੇ। ਜੇ ਨਹੀਂ ਇੰਗਲਿਸ਼ ਲਿਖਣ ਦਾ ਤਾਂ ਲਿਖ ਦਿਓ। ਇਹਦੇ ਵਿੱਚ ਲਿਖਣਾ ਉਹਦਾ ਆਪਾਂ ਇੰਗਲਿਸ਼ 'ਚ ਲਿਖ ਦੇਵਾਂਗੇ। ਹਾਂ, ਜੇ ਓਨ ਲੈਂਗੁਏਜ 'ਚ ਲਿਖਣਾ ਹੈਗਾ ਫਿਰ ਐਕਚੁਅਲ ਤਾਂ ਦੇਖੋ, ਐਕਚੁਅਲ ਤਾਂ ਇਹੀ ਹੈ। ਅਟੈਚਮੈਂਟ ਕੀ ਹੁੰਦੀ ਹੈ ਵੀ ਤਾਂ ਕਿ ਪ੍ਰੋਪਰਟੀ ਫਰਦਰ ਅਲਾਈਨੇਟ ਨਾ ਹੋ ਜਾਵੇ, ਟ੍ਰਾਂਸਫਰ ਨਾ ਹੋ ਜਾਵੇ ਕਿਸੇ ਵੀ ਢੰਗ ਤਰੀਕੇ ਦੇ ਨਾਲ। ਇਸ ਕਰਕੇ ਪ੍ਰੋਪਰਟੀ ਨੂੰ ਹੋਲਡ ਕਰਨ ਦੀ ਖਾਤਰ ਰੱਖਿਆ ਜਾਂਦਾ ਤਾਂ ਕਿ ਜਿਹੜੀ ਡਿਗਰੀ ਹੈ ਬੰਦੇ ਦੇ ਖਿਲਾਫ ਪਾਸ ਹੋਈ ਵੀ ਹੈ, ਉਹ ਡਿਗਰੀ ਸੈਟੀਸਫਾਈ ਕਰਾਈ ਜਾ ਸਕੇ, ਬੰਦਾ ਪੈਸੇ ਭਰ ਦੇਵੇ। ਜੇ ਅਟੈਚਮੈਂਟ ਤੋਂ ਬਾਅਦ ਵੀ ਬੰਦਾ ਪੈਸੇ ਨਹੀਂ ਭਰਦਾ, ਫਿਰ ਸੇਲ ਦੀ ਗੱਲ ਆ ਜਾਂਦੀ ਹੈ। ਠੀਕ ਹੈ, ਅਟੈਚਮੈਂਟ ਤਾਂ ਇਹੀ ਹੈ ਵੀ ਪ੍ਰੋਪਰਟੀ ਫਰਦਰ ਕਿਤੇ ਟ੍ਰਾਂਸਫਰ ਨਾ ਹੋਵੇ। ਉਹਦਾ ਪਰਪਸ ਕੀ ਹੋ ਸਕਦਾ? ਪਰਪਸ ਕੋਈ ਵੀ ਹੋ ਸਕਦਾ ਹੈ, ਕੋਈ ਜ਼ਰੂਰੀ ਨਹੀਂ ਵੀ ਇਕੱਲਾ ਡਿਗਰੀ ਦੇ ਹੋ ਸਕਦਾ ਹੈ। ਉਹਦੇ ਵਿੱਚ ਪਰਪਸ ਇਹ ਵੀ ਹੋ ਸਕਦਾ ਕਿਸੇ ਵਿਅਕਤੀ ਦੇ ਖਿਲਾਫ ਜੇ ਉਸ ਨੂੰ ਕੋਰਟ ਹਾਜ਼ਰ ਨਹੀਂ ਆਉਂਦਾ। ਜੇ ਦੋ ਲਾਈਨਾਂ ਲਿਖਦੇ ਹੀ ਹੈ ਵੀ ਦਾਅਵਾਕਰਤਾ ਦੇ ਹੱਕਾਂ ਨੂੰ ਸੇਵ ਕਰਨ ਲਈ, ਬਿਲਕੁਲ ਠੀਕ ਹੈ। ਦਾਅਵਾਕਰਤਾ ਦੇ ਹੱਕਾਂ ਨੂੰ ਸੇਵ ਕਰਨ ਲਈ ਜਿਸ ਵੀ ਪ੍ਰਾਪਰਟੀ ਨੂੰ ਸੀਜ਼ ਕੀਤਾ ਜਾਂਦਾ ਅਦਾਲਤ ਵੱਲੋਂ, ਉਹਨੂੰ ਦੈਟ ਇਜ਼ ਕਾਲਡ ਅਟੈਚਮੈਂਟ। ਠੀਕ ਹੈ, ਇਹ ਠੀਕ ਹੈ ਸ਼ਬਦ ਇਹਨੇ? ਬਿਲਕੁਲ ਠੀਕ ਹੈ, ਪਰਫੈਕਟ ਹੈ, ਪਰਫੈਕਟ ਹੈ, ਬਿਲਕੁਲ ਠੀਕ ਹੈ।
ਕਾਫੀ ਸੀ ਡੈਫੀਨੇਸ਼ਨ। ਪ੍ਰੋਪਰਟੀ ਦਾ ਸਰ ਦੂਸਰੀ ਵੀ ਆ ਜਾਊਗੀ ਵਿੱਚ, ਤਨਖਾਹ ਵੀ ਸਾਡੇ ਅਟੈਚ ਕਰ ਦਿੰਦੇ ਆ ਕੁਝ। ਮੈਂ ਤਾਂ ਹੀ ਕਹਿ ਰਿਹਾ ਨਾ, ਸੈਕਸ਼ਨ 60 ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਹੈ। ਹਾਂਜੀ, ਅਟੈਚਮੈਂਟ ਦਾ ਬਹੁਤ ਕੁਝ ਆ ਜਾਂਦਾ, ਬਸ ਦਾਵਾ ਸੈਕਸ਼ਨ ਕਰਤਾ 60 ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਹੈ। ਇਹਦਾ ਮਕਸਦ ਨਹੀਂ ਹੈਗਾ, ਇਹ ਤਾਂ ਸਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੀ ਪਤਾ, ਨੌਲੇਜ ਹੈਗੀ ਹੈ ਵੀ ਅਟੈਚਮੈਂਟ ਕੀ ਹੁੰਦੀ ਹੈ, ਇੰਨਾ ਕੀ ਹੈ। 4 ਲਾਈਨਾਂ ਚ ਆਪਣੇ ਕੋਲੋਂ ਆਨਸਰ ਲਿਖ ਦਿਓ ਇਹਦਾ। ਆ ਸੈਕਸ਼ਨਾਂ ਇਹ ਪਾ ਦਿਓ ਸਾਰੀਆਂ ਚ, ਇਹ ਸੈਕਸ਼ਨ 60 ਤੋਂ ਲੈ ਕੇ 4-5 ਪਾ ਦਿਓ। ਇਨ ਐਗਜੀਕਿਊਸ਼ਨ ਆਫ ਅ ਡਿਗਰੀ ਬਾਈ ਐਕਸ ਅਗੇਂਸਟ ਵਾਈ, ਅਗਲਾ ਬੀ ਪਾਰਟ ਹੈ ਜੀ। ਇਨ ਐਗਜੀਕਿਊਸ਼ਨ ਆਫ ਅ ਡਿਗਰੀ ਬਾਈ, ਦੇਖੋ ਇਹੀ ਕਾਰਨ ਹੁੰਦਾ ਹੈ ਵੀ ਜਿਹੜਾ ਸਾਡਾ ਪੇਪਰ ਕਈ ਵਾਰੀ ਖਰਾਬ ਹੋ ਜਾਂਦਾ ਹੈ। ਸਾਡੇ ਹੁਣ ਕਈ ਵਾਰੀ ਇਗਨੋਰੈਂਸ ਦੇ ਵਿੱਚ ਅਸੀਂ ਚੱਕ ਕੇ ਸਾਰਾ 60 ਸੈਕਸ਼ਨ ਲਿਖ ਦਈਏ, ਨਾਲ ਤਾਂ ਸਾਡਾ ਟਾਈਮ ਵੇਸਟ ਹੋ ਗਿਆ, ਨਾਲੇ ਅਸੀਂ ਪ੍ਰੋਪਰ ਕੁਐਸਚਨ ਨੂੰ ਅਡੈਪਟ ਨਹੀਂ ਕਰ ਪਾਏ। ਠੀਕ ਹੈ ਜੀ, ਤੇ ਨਾਲੇ ਸਾਡਾ ਟਾਈਮ ਜ਼ਿਆਦਾ ਲੱਗ ਜਾਂਦਾ ਉਹਦੇ ਵਿੱਚ। 60 ਸੈਕਸ਼ਨ ਕਿਹੜਾ ਛੋਟਾ ਮੋਟਾ ਹੈ, ਬਹੁਤ ਵੱਡਾ ਸੈਕਸ਼ਨ ਹੈ। ਕਈ ਵਾਰੀ ਕੋਈ ਆਪਣਾ ਸਾਡਾ ਕੋਈ ਜਿਹੜਾ ਕੈਂਡੀਡੇਟ ਹੈ ਕੋਈ ਸਾਰਾ 60 ਸੈਕਸ਼ਨ ਲਿਖਣ ਬਹਿ ਜਾਵੇ ਤੇ ਉਹ ਤਾਂ ਬਹੁਤ ਟਾਈਮ ਵੇਸਟ ਹੋ ਜਾਏਗਾ ਉੱਥੇ। ਨੈਕਸਟ ਚੱਲਦੇ ਹਾਂ ਅਸੀਂ ਪਾਰਟ ਬੀ 4 ਨੰਬਰ ਦਾ। ਇਨ ਐਗਜੀਕਿਊਸ਼ਨ ਆਫ ਅ ਡਿਗਰੀ ਬਾਈ ਐਕਸ ਅਗੇਂਸਟ ਵਾਈ, ਐਕਸ ਨੇ ਕੋਈ ਡਿਗਰੀ ਪਾਸ ਕਰਾਈ ਹੋਈ ਹੈ ਵਾਈ ਦੇ ਅਗੇਂਸਟ। ਸਰਟਨ ਪ੍ਰੋਪਰਟੀ ਬਿਲੋਂਗਿੰਗ ਟੂ ਵਾਈ ਇਜ਼ ਅਟੈਚਡ, ਉਹਦੀ ਪ੍ਰੋਪਰਟੀ ਅਟੈਚ ਹੋ ਚੁੱਕੀ ਹੈ ਵਾਈ ਦੀ। ਡਿਊਰਿੰਗ ਦਾ ਪੈਂਡੈਂਸੀ ਆਫ ਦਾ ਅਟੈਚਮੈਂਟ ਵਾਈ ਸੈਲਸ ਦਾ ਪ੍ਰੋਪਰਟੀ ਟੂ ਜ਼ੈਡ, ਵਾਈ ਨੇ ਪ੍ਰੋਪਰਟੀ ਸੈਲ ਕਰ ਦਿੱਤੀ ਡਿਊਰਿੰਗ ਦਾ ਅਟੈਚਮੈਂਟ। ਡਿਸਕਸ ਦਾ ਵੈਲਿਡਿਟੀ ਆਫ ਦਾ ਸੇਲ, would it make any difference? Would it make any difference if Y pays the decretal amount out of the sale proceeds? If Y pays the decretal amount out of the sale proceeds, Y ਨੇ ਪ੍ਰੋਪਰਟੀ ਸੈਲ ਕਰਤੀ ਜੀ, ਪ੍ਰੋਪਰਟੀ ਅਟੈਚ ਹੋਈ ਵੀ ਸੀਗੀ। whether sale is valid or void or invalid, ਦੱਸੋ ਜੀ। ਫਿਰ ਉਹ ਇਹ ਵੀ ਕਹਿੰਦਾ ਨਾਲ, would it make any difference if Y pays the decretal amount, ਜੇ ਉਹ decretal ਦੀ ਜਿਹੜੀ ਅਮਾਊਂਟ ਹੈ, ਡਿਗਰੀ ਦੀ ਅਮਾਊਂਟ ਹੈ ਵੀ ਉਹ ਪੇ ਕਰਦਾ ਹੈ ਸੇਲ ਪ੍ਰੋਸੀਡ ਦੇ ਵਿੱਚੋਂ। ਉਹਨੇ ਪ੍ਰੋਪਰਟੀ ਸੇਲ ਕਰਦੀ, ਸੇਲ ਦੇ ਵਿੱਚੋਂ ਫਿਰ ਉਹ ਕਹਿੰਦਾ ਮੈਂ ਤੋਂ ਅਮਾਊਂਟ ਲੈ ਲਓ ਡਿਗਰੀ ਦੀ। ਦੱਸੋ ਜਿਹੜੀ ਸੇਲ ਹੈ, ਪਹਿਲਾਂ ਤਾਂ ਸਾਡੇ ਤੋਂ ਪਹਿਲਾਂ ਤਾਂ ਇਹ ਪੁੱਛਿਆ ਗਿਆ ਸਾਡੇ ਤੋਂ, ਡਿਸਕਸ ਦਾ ਵੈਲਿਡਿਟੀ ਆਫ ਦਾ ਸੇਲ, ਵੀ ਜਿਹੜੀ ਸੇਲ ਹੈ ਵੈਲਿਡ ਹੈ ਜਾਂ ਨਹੀਂ। ਹਾਂਜੀ, ਰਿਪੀਟ ਕਰਿਓ ਕੁਐਸਚਨ ਰਿਪੀਟ ਕਰਿਓ ਸਰ। ਇਨ ਐਗਜੀਕਿਊਸ਼ਨ ਆਫ ਅ ਡਿਗਰੀ ਬਾਈ ਐਕਸ ਅਗੇਂਸਟ ਵਾਈ, ਇਨ ਐਗਜੀਕਿਊਸ਼ਨ ਆਫ ਅ ਡਿਗਰੀ ਬਾਈ ਐਕਸ ਅਗੇਂਸਟ ਵਾਈ, certain property belonging to Y is attached. During the pendency of the attachment, Y sells the property to Z. During the pendency of attachment, ਸੈਕਸ਼ਨ 64 ਸਾਫ਼ ਲਿਖਦਾ ਜੀ, ਕੀਤੀ ਗਈ ਜਾਇਦਾਦ ਦੀ ਤਬਦੀਲੀ ਲਈ ਬਣਾਈ ਹੈ, ਅਟੈਚਮੈਂਟ ਰੱਦ ਸਮਝੀ ਜਾਓ। ਬਿਲਕੁਲ ਠੀਕ ਹੈ। ਪਰ ਜੇ ਸਾਨੂੰ ਪੈਸੇ ਉਹਦੇ ਪੈਸੇ ਦੇ ਦਿੰਦਾ ਬਾਅਦ ਚ, ਫਿਰ ਇਹ ਠੀਕ ਮੰਨੀ ਜਾਊਗੀ। ਵੇਚਣ ਤੋਂ ਬਾਅਦ ਜੀ ਉਹਦੇ ਪੈਸੇ ਦੱਸੋ ਕਰ ਦਿੰਦਾ ਉਹਦੇ ਪੈਸਿਆਂ ਦੀ। ਜੇ ਸੈਟੀਸਫਾਈਡ ਹੋ ਗਿਆ ਫਿਰ ਤਾਂ ਸਰ ਸੈਕਸ਼ਨ 64 ਹੈ ਜੀ, ਪ੍ਰਾਈਵੇਟ alienation of the property after attachment to be void। ਪਹਿਲਾਂ ਤਾਂ ਸੈਕਸ਼ਨ 64 ਚ ਗਲਤ, ਜਦੋਂ ਅਟੈਚਮੈਂਟ ਇੱਕ ਵਾਰੀ ਹੋ ਚੁੱਕੀ ਹੈ ਤਾਂ ਉਹ ਪ੍ਰੋਪਰਟੀ ਸੇਲ ਨਹੀਂ ਸੀ ਹੋ ਸਕਦੀ। ਠੀਕ ਹੈ ਜੀ, ਉਹ ਪ੍ਰੋਪਰਟੀ ਸੇਲ ਨਹੀਂ ਹੋ ਸਕਦੀ, ਉਹ ਜਿਹੜੀ ਸੇਲ ਹੈ ਉਹ ਵਾਈਡ ਸੇਲ ਹੈ। ਪਰ ਅੱਗੇ ਸਰ ਜੇ ਉਹ ਵੇਚ ਕੇ ਉਹਦੀ ਪੂਰਤੀ ਕਰ ਦਿੰਦਾ ਫਿਰ ਠੀਕ ਹੈ ਸਰ। ਐਗਜੀਕਿਊਸ਼ਨ, ਦਿਸ ਇਜ਼ ਐਗਜੀਕਿਊਸ਼ਨ ਦਾ ਚੈਪਟਰ ਕਿਹੜਾ ਹੈ? ਆਰਡਰ 21 ਹੈ ਐਗਜੀਕਿਊਸ਼ਨ ਦਾ। ਠੀਕ ਹੈ, ਇਹ ਲਾਅ ਤਾਂ ਤੁਹਾਨੂੰ ਦੱਸਤਾ ਉਹਨਾਂ ਨੇ, ਲਾਅ ਤਾਂ ਇਹ ਕਹਿੰਦਾ ਹੈ ਵੀ ਲਾਅ ਕੀ ਹੈ, ਵਾਈਡ ਸੇਲ ਹੈਗੀ ਹੈ। ਫਿਰ ਅੱਗੇ ਪ੍ਰੋਸੀਜਰ ਚੱਲਦੇ ਆ। ਪ੍ਰੋਸੀਜਰ ਆਰਡਰ 21 ਚ ਦੇਖੋ, ਆਰਡਰ 21 ਰੂਲ 55, removal of attachment after satisfaction of a degree. The amount decreed with costs and all charges and expenses resulting from the attachment
of any property are paid into the court or subsection of the decree is otherwise made through the court or certified to the court, the decree is set aside or reversed, the attachment shall be deemed to be withdrawn. ਇਹੀ ਰੈਲੀਵੈਂਟ ਪਹਿਲਾਂ ਲੱਗਦਾ ਮੈਨੂੰ 72 ਤੇ ਆਇਆ ਸਰ ਜਿਹੜਾ ਸੈਕੰਡ ਪਾਰਟ ਹੈ ਇਸ ਕੁਐਸਚਨ ਦਾ 72 ਚ ਕਵਰ ਹੋ ਜਾਣਾ where decree holder purchase amount of decree may be taken as payment. where decree holder purchases ਇਹ ਨਹੀਂ ਹੈ ਇਹ ਨਹੀਂ ਆ ਨਾ ਡਿਗਰੀ ਹੋਲਡਰ ਪਰਚੇਜ ਕਰਦਾ ਇੱਥੇ ਰਿਮੂਵਲ ਆਫ ਅਟੈਚਮੈਂਟ ਆਫਟਰ ਸੈਟੀਸਫੈਕਸ਼ਨ ਆਫ ਦਾ ਡਿਗਰੀ ਜੇ ਡਿਗਰੀ ਦੀ ਅਮਾਉਂਟ ਹੈ ਉਹ ਸੈਟੀਸਫਾਈ ਹੋ ਜਾਂਦੀ ਹੈ ਤਾਂ ਜਿਹੜੀ ਅਟੈਚਮੈਂਟ ਹੈ ਉਹ ਰਿਮੂਵ ਹੋ ਜਾਂਦੀ ਹੈ ਦਾ ਅਟੈਚਮੈਂਟ ਸ਼ੈਲ ਬੀ ਡੀਮਡ ਟੂ ਬੀ ਵਿਡਰਾਨ ਐਂਡ ਇਨ ਦਾ ਕੇਸ ਆਫ ਇਮੂਵਲ ਪ੍ਰੋਪਰਟੀ ਦਾ ਵਿਡਰਾਲ shall if the judgment debtor so desires be proclaimed at his expenses and a copy of the proclamation shall be affixed in the manner prescribed by the last proceeding rules. देखो जी कोर्ट ਦੇ ਲੈਵਲ ਤੇ ਤਾਂ ਜਿਹੜੀ ਇਹ ਡਿਗਰੀ ਅਵਾਇਡ ਹੈ ਕੋਰਟ ਦੇ ਲੈਵਲ ਤੇ ਜਿਹੜੀ ਸੇਲ ਹੈ ਇਹ ਅਵਾਇਡ ਹੈਗੀ ਹੈ would it make any difference if Y pays the decretal amount out of sale proceeds? नहीं ਇੱਥੇ ਇਹ ਮੈਨੇ ਨਹੀਂ ਰੱਖਦੀ ਇੱਥੇ ਕਿਉਂਕਿ ਜਿਹੜੀ ਸੇਲ ਹੀ ਹੈ ਜਿਹੜੀ ਸੇਲ ਹੈ ਉਹੀ ਵਾਇਡ ਹੋਗੀ ਠੀਕ ਹੈ ਜੀ ਸੇਲ ਵਾਇਡ ਹੋਗੀ ਜੋ ਸੇਲ ਵਾਇਡ ਹੋਗੀ ਸੇਲ ਦੀ ਜਿਹੜੀ ਅਮਾਉਂਟ ਹੈ ਉਹ ਤਾਂ ਫਿਰ ਕੋਰਟ ਵਿੱਚ ਆਏਗੀ ਨਹੀਂ ਜੇ ਅਦਰਵਾਈਜ਼ ਜਿਹੜਾ ਅਟੈਚਮੈਂਟ ਦੇ ਦੌਰਾਨ ਹੀ ਅਦਰਵਾਈਜ਼ ਕਿਸੇ ਤਰੀਕੇ ਦੇ ਨਾਲ ਜਿਹੜੀ ਪੇਮੈਂਟ ਕਰਦਾ ਹੈ ਜਿਹੜਾ ਜਜਮੈਂਟ ਡੈਬਟਰ ਹੈ ਫਿਰ ਅਟੈਚਮੈਂਟ ਤਾਂ ਆਪਾਂ ਰਿਮੂਵ ਕਰ ਸਕਦੇ ਹਾਂ ਫਿਰ ਸੈਕਸ਼ਨ 55 ਲੱਗ ਜਾਂਦਾ ਰੂਲ 55 ਲੱਗ ਜਾਂਦਾ ਰੂਲ 55 89 ਦੇਖਿਓ ਮਾੜਾ ਜਿਹਾ ਹਾਂਜੀ 89 ਦੇਖਿਓ 21 ਦਾ ਇਹ ਨਹੀਂ ਤਾਂ ਸੇਲ ਦੀ ਗੱਲ ਹੋ ਗਈ ਹੈ ਤਾਂ ਐਪਲੀਕੇਸ਼ਨ ਟੂ ਸੈਟ ਅਸਾਈਡ ਦਾ ਸੇਲ ਔਨ ਡਿਪੋਜ਼ਿਟ ਤਾਂ ਸੇਲ ਹੋ ਚੁੱਕੀ ਆਲਰੇਡੀ ਸੇਲ ਤਾਂ ਆਪਣੀ ਹੋਈ ਹੀ ਨਹੀਂ ਕੁਐਸਚਨ ਕੇਸ ਸਾਰੇ ਇਹੀ ਸੀਗਾ ਵੀ ਜੇ ਸੇਲ ਕਰਕੇ ਪੈਸੇ ਚੁਕਾ ਦਿੰਦਾ ਡਿਗਰੀ ਹੋਲਡਰ ਦੇ ਤਾਂ ਉਹਨੂੰ ਸੈਟ ਅਸਾਈਡ ਕੀਤਾ ਜਾਊਗਾ ਐਪਲੀਕੇਸ਼ਨ ਟੂ ਸੈਟ ਅਸਾਈਡ ਦਾ ਸੇਲ ਔਨ ਡਿਪੋਜ਼ਿਟ ਐਪਲੀਕੇਸ਼ਨ ਟੂ ਸੈਟ ਅਸਾਈਡ ਦਾ ਸੇਲ ਡਿਫਾਲਟਰ ਜਿਹੜਾ ਆ ਜੇ ਉਹਨੂੰ ਡਿਪੋਜ਼ਿਟ ਕਰ ਦਿੰਦਾ ਤੇ ਇਹ ਸੇਲ ਜਿਹੜੀ ਸੈਟ ਅਸਾਈਡ ਹੋ ਜਾਊਗੀ ਠੀਕ ਨਹੀਂ application to set aside sale on deposit where immovable property has been sold in execution of a decree degree ਦੀ execution sale ਹੋਈ ਹੈ ਤਾਂ ਅੱਛਾ ਜੀ ਠੀਕ ਹੈ ਇਹ ਸੇਲ ਤੋਂ ਬਾਅਦ ਵੀ ਸੈਟ ਅਸਾਈਡ ਹੋ ਸਕਦੀ ਹੈ ਨਹੀਂ ਹਾਂ ਉਹ ਹੋਰ ਚੀਜ਼ ਹੈ ਠੀਕ ਹੈ ਸਰ ਠੀਕ ਤੁਸੀਂ ਨਾਲ ਆਰਡਰ 55 ਲਿਖ ਸਕਦੇ ਹੋ ਉਹਦੇ ਵਿੱਚ ਬਸ ਇਹਨੂੰ ਕਲੀਅਰ ਕਰਨ ਦੇ ਖਾਤਰ ਆਰਡਰ 21 ਦਾ 55 ਲਿਖ ਸਕਦੇ ਹੋ ਨਾਲ ਇਹ ਲਿਖ ਸਕਦੇ ਹੋ ਰਿਮੂਵਲ ਆਫ ਅਟੈਚਮੈਂਟ ਆਫਟਰ ਸੈਟੀਸਫੈਕਸ਼ਨ ਆਫ ਦਾ ਡਿਗਰੀ where the amount decreed with costs and all the charges and expenses resulting from the attachment of any property are paid into the court or satisfaction of the decree is otherwise made through the court or credited or certified to the court the decree is set aside or reversed the attachment shall be deemed to be withdrawn and in the case of the immovable property the withdrawal shall if the judgment debtor so desires be proclaimed at his expenses and a copy of the proclamation नहीं है बस ਉਹ ਤਾਂ ਤੁਸੀਂ ਕੁਐਸਚਨ ਇਹੀ ਲਿਖੋਗੇ ਜੋ ਦਾ ਆਨਸਰ ਇਹੀ 64 ਚ ਕਵਰ ਹੋ ਜਾਏਗਾ ਸਾਰਾ ਠੀਕ ਹੈ ਵੀ ਜਦੋਂ ਜਿਹੜੀ ਸੇਲ ਹੈਗੀ ਹੈ ਉਹ ਸੇਲ ਹੀ ਉਹਦੀ ਵਾਈਡ ਹੋ ਗਈ ਤਾਂ ਜਿਹੜੀ ਇੱਥੇ ਵੈਲਿਡ ਨਹੀਂ ਕਹਿ ਸਕਦੇ ਅਸੀਂ ਜੇ ਉਹ ਪੈਸੇ ਦੇ ਦਿੰਦਾ ਹੈ ਤਾਂ ਸੇਲ ਵੈਲਿਡ ਨਹੀਂ ਹੋ ਸਕਦੀ ਆਰਡਰ 21 ਦਾ 55 ਨਹੀਂ ਲਿਖਣਾ ਜੀ ਫਿਰ ਜ਼ਰੂਰਤ ਨਹੀਂ ਹੈਗੀ ਲਿਖਣ ਦੀ ਸੈਕਸ਼ਨ 64 ਹੀ ਫਿਰ ਹੋਊਗਾ 64 ਕਵਰ ਕਰਦਾ ਜੀ ਜੇ ਤੁਹਾਡੀ
ਜਿਹੜੀ ਸੇਲ ਤੁਸੀਂ ਕਰਦੇ ਹੋ, ਜੇ ਸੌਰੀ ਅਟੈਚਮੈਂਟ ਦੇ ਦੌਰਾਨ ਵਿਅਕਤੀ ਸੇਲ ਕਰ ਦਿੰਦਾ ਹੈ ਤਾਂ ਜਿਹੜੀ ਸੇਲ ਹੈਗੀ ਆ ਉਹ void ਹੋਏਗੀ। ਜੋ ਸੇਲ ਹੀ void ਹੋ ਗਈ ਤਾਂ ਫਿਰ ਪੈਸੇ ਕਿੱਥੋਂ ਆ ਗਏ? ਪੈਸੇ ਆਣੇ ਹੀ ਨਹੀਂ। ਫਿਰ ਜੇ ਤੁਸੀਂ ਪੈਸੇ ਲੈਣੇ ਹੋ ਫਿਰ ਤੁਸੀਂ ਸੇਲ ਨੂੰ ਵੈਲਿਡ ਕਹੋਗੇ। ਜੇ ਕੋਰਟ ਪੈਸੇ ਭਰਵਾ ਲਾਂਦੀ ਤਾਂ ਫਿਰ ਸੇਲ ਨੂੰ ਵੈਲਿਡ ਕਹੇਗੀ ਕੋਰਟ। ਸੇਲ ਤਾਂ ਵੈਲਿਡ ਹੈ ਨਹੀਂ ਗੀ, ਸੇਲ ਤਾਂ void ਹੈ। ਬਾਅਦ 'ਚ ਪਾਰਟੀਆਂ ਬਾਹਰ ਦੀ ਪਾਰਟੀਆਂ ਬਾਹਰ ਦੀ ਬਾਹਰ ਜੋ ਮਰਜ਼ੀ ਕਰ ਲੈਣ। ਬਾਹਰ ਦੀ ਬਾਹਰ ਜੋ ਮਰਜ਼ੀ ਕਰ। ਹਾਂ, ਜੋ ਮਰਜ਼ੀ ਕਰ ਲੈਣ। ਜੇ ਜਜਮੈਂਟ ਡੈਪਟਰ ਹੈਗਾ, ਡਿਗਰੀ ਹੋਲਡਰ ਹੈ, ਜੇ ਕੋਰਟ ਨੂੰ ਕਹਿੰਦਾ ਠੀਕ ਹੈ ਜੀ ਮੈਨੂੰ ਪੈਸੇ ਮਿਲ ਗਏ, ਹਾਂ ਸੈਟੀਸਫਾਈ ਹੋਊਗੀ, ਠੀਕ ਤਾਂ ਹੈ। ਕੋਰਟ ਨੇ ਕੀ ਲੈਣਾ ਫਿਰ? ਗੱਲ ਖਤਮ। ਪਰ ਉਹ ਕੋਰਟ ਨਹੀਂ ਆਰਡਰ ਕਰੇਗੀ ਇੱਦਾਂ ਦਾ ਕੋਈ। ਕੋਰਟ ਤਾਂ ਕਹੇਗੀ ਡਿਗਰੀ ਵੈਲਿਡ ਹੈ, ਜਿਹੜੀ ਸੇਲ ਹੈ void ਹੈ। ਨੈਕਸਟ ਆ ਗਿਆ ਜੀ, ਰਾਈਟ ਸ਼ਾਰਟ ਨੋਟ ਔਨ ਦਾ ਅਟੈਚਮੈਂਟ ਬਿਫੋਰ ਦਾ ਜਜਮੈਂਟ। ਹਾਂ ਦੇਖੋ, ਰਾਈਟ ਸ਼ਾਰਟ ਨੋਟ ਔਨ ਦਾ ਅਟੈਚਮੈਂਟ ਬਿਫੋਰ ਜਜਮੈਂਟ। ਜਜਮੈਂਟ ਤੋਂ ਪਹਿਲਾਂ ਹੀ ਅਟੈਚਮੈਂਟ ਕਰਨੀ ਕੋਈ ਪ੍ਰੋਪਰਟੀ। ਕੋਈ ਕੇਸ ਚੱਲ ਰਿਹਾ ਹੈ, ਠੀਕ ਹੈ ਜੀ, ਜਜਮੈਂਟ ਜੇ ਆਈ ਨਹੀਂ, ਡਿਗਰੀ ਪਾਸ ਨਹੀਂ ਕੋਈ ਹੋਈ। ਅਟੈਚਮੈਂਟ ਅਸੀਂ ਜ਼ਿਆਦਾਤਰ ਕਰਦੇ ਹਾਂ ਜਦੋਂ ਕਿਸੇ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਕਿਸੇ ਵਿਅਕਤੀ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ ਤਾਂ ਅਸੀਂ ਉਹਦੀ ਪ੍ਰੋਪਰਟੀ ਨੂੰ ਅਟੈਚ ਕਰਦੇ ਹਾਂ ਡਿਗਰੀ ਨੂੰ ਐਗਜ਼ੀਕਿਊਸ਼ਨ ਕਰਨ ਦੀ ਖਾਤਰ। ਠੀਕ ਹੈ, ਇੱਥੇ ਕੋਈ ਡਿਗਰੀ ਨਹੀਂ ਪਾਸ ਹੋਈ, ਕੋਈ ਜਜਮੈਂਟ ਨਹੀਂ ਪਾਸ ਹੋਈ ਅਜੇ ਫਿਲਹਾਲ, ਪਰ ਪ੍ਰੋਪਰਟੀ ਨੂੰ ਅਸੀਂ ਅਟੈਚ ਕਰ ਰਹੇ ਹਾਂ। ਵਾਈ? ਸਾਰੇ ਆਰਡਰ 38 ਦਾ ਰੂਲ 5-6 ਹੈ ਜੀ। ਆਰਡਰ 38 ਰੂਲ 10 ਦੇਖਿਓ। 5 ਦੇ 5 ਠੀਕ ਹੈ। ਆਰਡਰ 38 ਰੂਲ 5-6 Attachment before judgment. ਆਰਡਰ 38 ਚੱਲਦੇ ਕੇਸ ਤਰ੍ਹਾਂ ਅਟੈਚਮੈਂਟ ਕਿਹੜਾ ਕਿਹਾ ਤੁਸੀਂ? ਆਰਡਰ 38 ਦਾ ਰੂਲ 5 ਜਾਂ 6 ਜੀ। where defendant may be called upon to furnish security। ਇਹ ਦੇਖੋ, ਅਟੈਚਮੈਂਟ ਬਿਫੋਰ ਜਜਮੈਂਟ, ਇਹ ਸੈਕਸ਼ਨ 5 ਰੂਲ 5 ਤੋਂ ਸ਼ੁਰੂ ਹੋ ਜਾਂਦੇ ਨੇ। ਰੂਲ 5 ਤੋਂ ਲੈ ਕੇ ਇਹ ਤੁਹਾਡੇ ਚਲੇ ਜਾਂਦੇ ਨੇ 12-13 ਤੱਕ। ਠੀਕ ਹੈ, 10 ਪੜ੍ਹੋ ਕੀ ਹੈ? ਅਟੈਚਮੈਂਟ ਬਿਫੋਰ ਜਜਮੈਂਟ not to be affect rights of the strangers nor bar degree holder from applying for the sale। ਅਲੱਗ-ਅਲੱਗ ਪੁਆਇੰਟ ਨੇ ਸਾਰੇ ਦੱਸੇ ਹੋਏ, ਪ੍ਰੋਸੀਜਰ ਹੈ, ਪਰ ਸਾਰਾ ਦਾ ਸਾਰਾ ਇਹ ਜਿਹੜਾ ਹੈਗਾ 5 ਤੋਂ ਲੈ ਕੇ 13 ਤੱਕ ਇਹ ਸਾਰੀ ਅਟੈਚਮੈਂਟ ਬਿਫੋਰ ਜਜਮੈਂਟ। ਚਾਹੇ where defendant may be called upon to furnish security for the protection of the property। ਸਰ 6 ਨਹੀਂ ਆਊਗਾ ਵੀ ਜਿੱਥੇ ਪੋਸਟੇ ਨਾ ਤਾਂ ਅਟੈਚ ਪ੍ਰੋਪਰਟੀ ਅਟੈਚ ਕੀਤੀ ਜਾਂਦੀ। Attachment where cause not shown or security not furnished, where the defendant fails to show cause why he should not furnish security or fails to furnish the security required within the same time fixed by the court, the court may order that the property specified or such portion thereof as appears sufficient to satisfy any degree which may be passed in the suit be attached। ਲਿਖ ਸਕਦੇ ਹੋ, ਠੀਕ ਹੈ। ਇਹ ਇੱਥੇ ਅਲੱਗ-ਅਲੱਗ ਚੀਜ਼ਾਂ ਦੱਸੀਆਂ ਸਾਰੀਆਂ ਤੁਹਾਡੇ। ਜਿਹਾ ਤੁਹਾਨੂੰ ਕੁਐਸਚਨ ਆਉਂਦਾ ਤੁਸੀਂ ਉਹ ਆਨਸਰ ਦੇਣਾ ਜੀ। 6 ਚ ਕਵਰ ਹੋ ਜਾਂਦਾ ਜੀ। ਹਾਂ, ਕਵਰ ਹੁੰਦਾ 6 ਦੇ ਵਿੱਚ। ਠੀਕ ਹੈ ਸਰ। ਸਰ ਜਿਵੇਂ ਆਪਾਂ 6 ਤੋਂ 10 ਲਿਖਦੇ ਰੂਲ ਆ, ਏਦਾਂ ਜਵਾਬ 6 ਦੇ ਦੀ ਏਦਾਂ ਚੱਲ ਸਕਦਾ ਜੀ?
ਐਦਾਂ ਤਾਂ ਤੁਸੀਂ ਲਿਖ ਸਕਦੇ ਹੋ ਜੇ ਤੁਸੀਂ ਆਪਦੀ ਓਨ ਲੈਂਗੁਏਜ 'ਚ ਆਨਸਰ ਲਿਖੋਗੇ, ਫਿਰ ਤੁਸੀਂ ਰੂਲ ਸਾਰੇ ਲਿਖ ਦਿਓ ਜਿਹੇ। ਠੀਕ ਹੈ ਸਰ। ਉਹਦੇ ਹੀ ਤਾਂ ਫਿਰ ਹਵਾਲਾ ਵੀ ਸਾਰਿਆਂ ਦਾ ਦੇਣਾ ਪਊ ਸਰ। ਹਾਂ 5 'ਚ ਨਹੀਂ ਕਵਰ ਹੁੰਦਾ, 5 'ਚ ਤਾਂ ਹੋਰ ਚੀਜ਼ਾਂ ਨੇ ਕਾਫੀ ਦਿੱਤੀਆਂ ਹੋਈਆਂ। ਇਫ ਐਨ ਆਊਟ ਆਫ ਅਟੈਚਮੈਂਟ ਇਜ਼ ਮੇਡ ਵਿਦਆਊਟ ਕੰਪਲਾਈਂਗ ਵਿਦ ਦ ਰੀਜ਼ਨਸ। 6 ਠੀਕ ਹੈ ਜੀ। Judgment before judgment. हाँ जी। ऑर्डर किहड़ा 38 सर इस क्वेश्चन का ऑर्डर 38 ऑर्डर। नेक्स्ट चलते हैं जी, क्वेश्चन नंबर 5। In what cases and under what provisions of the Code of Civil Procedure a court is empowered to grant temporary injunction? District Mohali, ਦੱਸੋ ਜੀ, in what cases and under what provisions? ਆਰਡਰ 39 ਸਰ, ਆਰਡਰ 39 ਰੂਲ 1 ਜੀ। ਹਾਂ ਤੁਹਾਡੇ ਕੋਲ ਦੇਖੋ ਰੋਜ਼ ਆਉਂਦੀਆਂ ਨੇ ਸਟੇਆਂ 1 and 2। ਠੀਕ ਹੈ ਜੀ। ਆਰਡਰ 39 ਸਰ 1 and 2। ਰੂਲ 1 and 2। नेक्स्ट चलते हैं जी, स्टेट 3 एसेंशियल कंडीशंस फॉर इशू ऑफ टेंपरेरी इंजेक्शंस। टेंपरेरी इंजेक्शन ਦੀਆਂ 3 ਕੰਡੀਸ਼ਨਸ ਕਿਹੜੀਆਂ ਨੇ ਜਿੱਥੇ ਅਸੀਂ ਟੈਂਪਰੇਰੀ ਇੰਜੈਕਸ਼ਨ ਕੋਡ ਸਾਨੂੰ ਦੇ ਦਿੰਦੀ ਹੈ। ਇਹ ਵੀ ਆਰਡਰ 39 ਦਾ ਰੂਲ 1 ਹੀ ਹੋਊ ਸਰ। ABC 3 ਪੁਆਇੰਟ ਦਿੱਤੇ ਹੋਏ ਨੇ 1 ਦੇ ਵਿੱਚ, that any property in dispute in a suit is in danger of being wasted, damaged, alienated by any of the party wrongfully sold। ਜਦੋਂ ਕੋਰਟ ਨੂੰ ਲੱਗੇ ਵੀ ਦੂਜੀ ਪਾਰਟੀ ਜਿਹੜੀ ਹੈਗੀ ਪ੍ਰਾਪਰਟੀ ਨੂੰ ਕਿਸੇ ਤਰੀਕੇ ਦੇ ਨਾਲ ਠੀਕ ਹੈ ਨੁਕਸਾਨ ਕਰ ਸਕਦੀ ਹੈ ਜਾਂ ਵੇਚ ਸਕਦੀ ਹੈ, ਜਾਂ ਫਿਰ ਡਿਫੈਂਡੈਂਟ ਥ੍ਰੈਟਨਸ ਜਾਂ ਡਿਫੈਂਡੈਂਟ ਨੂੰ ਥ੍ਰੈਟ ਕੀਤਾ ਜਾ ਸਕਦਾ ਹੈ ਇੰਟੈਂਟਸ ਟੂ ਰਿਮੂਵ ਦਾ, ਉਹ ਤੋਂ ਕਬਜ਼ਾ ਲੈਣ ਦੀ ਖਾਤਰ। ਇਹ 3 ਪੁਆਇੰਟ ਦਿੱਤੇ ਨੇ A, B ਤੇ C। ਇਹ ਇਕੱਲੇ ਇੱਕ 1 ਚ ਕਵਰ ਹੁੰਦੇ ਆ ਜੀ, ਆਰਡਰ 39 ਰੂਲ 1। ਨੈਕਸਟ ਚੱਲਦੇ ਆ, ਇਹ ਆਰਡਰ 39 ਰੂਲ 1 ਦਾ ਜਿਹੜਾ ABC 3 ਪਾਰਟ ਨੇ ਜੀ, ਉਹ ਤਿੰਨੇ ਪਾਰਟ ਜ਼ਰੂਰ ਲਿਖਣੇ ਨੇ 1 ਦੇ A, B ਤੇ C, ਕੁਐਸਚਨ B ਦੇ ਵਿੱਚ, 5 ਦੇ B ਦੇ ਵਿੱਚ। ਠੀਕ ਹੈ ਜੀ। ਅੱਗੇ C ਪਾਰਟ ਕਰ ਰਹੇ ਹਾਂ। ਕੈਨ ਦਾ ਆਰਡਰ ਗ੍ਰਾਂਟਿੰਗ ਟੈਂਪਰੇਰੀ ਇੰਜੈਕਸ਼ਨ ਬੀ ਕੈਂਸਲਡ ਔਰ ਮੋਡੀਫਾਈਡ, ਇਫ ਸੋ ਹਾਊ? ਕੀ ਜਿਹੜਾ ਇਹ ਟੈਂਪਰੇਰੀ ਇੰਜੈਕਸ਼ਨ ਹੁੰਦਾ ਹੈ, ਰੂਲ 4 ਆ ਜਾਣਾ। ਰੂਲ 4 ਆ ਜਾਣਾ ਸਰ, ਆਰਡਰ 39 ਰੂਲ 4। ਬਿਲਕੁਲ ਠੀਕ ਹੈ। ਆਰਡਰ ਆਫ ਇੰਜੈਕਸ਼ਨ may be discharged, varied and set aside। ਟੈਂਪਰੇਰੀ ਇੰਜੈਕਸ਼ਨ ਕਦੋਂ ਦਿੱਤਾ ਜਾਂਦਾ ਹੈ? ਜਦੋਂ ਕਈ ਵਾਰੀ ਇੱਕ ਸਿੰਗਲ ਪਾਰਟੀ ਜਾ ਕੇ ਐਕਸ ਪਾਰਟੀ ਟੈਂਪਰੇਰੀ ਇੰਜੈਕਸ਼ਨ ਲੈ ਲੈਂਦੀ ਹੈ, ਜਦੋਂ ਦੂਜੀ ਪਾਰਟੀ ਜਾ ਕੇ ਆਪਦਾ ਜਵਾਬ ਦਾ ਆਪਣੀ ਰਿਟਰਨ ਅਪਲਾਈ ਪੇਸ਼ ਕਰਦੀ ਹੈ, ਤਾਂ ਜਿਹੜੀ ਕੋਰਟ ਹੈਗੀ, ਕੋਰਟ ਨੂੰ ਵੀ ਕੋਈ ਹੋਰ ਸਮਝ ਲੱਗਦੀ ਹੈ ਵੀ ਨਹੀਂ ਇਹਦੇ ਵਿੱਚ ਇੱਦਾਂ ਕਰਨਾ ਚਾਹੀਦਾ ਸੀ, ਇੱਦਾਂ ਕਰ ਦਿੱਤਾ ਗਿਆ, ਤਾਂ ਕੋਰਟ ਜਿਹੜੀ ਹੈਗੀ ਆ ਉਸ ਆਰਡਰ ਨੂੰ ਆਪਣੇ ਜਿਹੜਾ ਆਰਡਰ ਹੈਗਾ ਉਹਦੇ ਵਿੱਚ ਤਬਦੀਲੀ ਵੀ ਕਰ ਸਕਦੀ ਹੈ, ਵਿਦਡਰਾਅ ਵੀ ਕਰ ਸਕਦੀ ਹੈ, ਕੰਟੀਨਿਊ ਵੀ ਕਰ ਸਕਦੀ ਹੈ। Order granting temporary injunction be cancelled, modified, if so how? ठीक है जी। 39 ਦਾ 4। ਅੱਗੇ ਪਾਰਟ B ਸਟਾਰਟ ਹੋ ਗਿਆ ਜੀ। ਵਾਟ ਇਜ਼ ਡਾਈਂਗ ਡਿਕਲੇਰੇਸ਼ਨ? ਪਾਰਟ B ਦੇ ਵਿੱਚ 6, 7, 8 3 ਕੁਐਸਚਨ ਹੈਗੇ ਤੁਹਾਡੇ। 6, 7, 8 3 ਕੁਐਸਚਨ ਨੇ। ਇੱਕ ਕੁਐਸਚਨ 10-10 ਨੰਬਰ ਦਾ ਹੈਗਾ, ਯਾਨੀ ਕਿ ਤੁਹਾਡਾ 70 ਦਾ ਜਿਹੜਾ ਨੰਬਰ ਸੀਗਾ ਉਹ ਹੈਗਾ ਸੀ CPs ਦੇ ਵਿੱਚ। 30 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਹੈ ਐਵੀਡੈਂਸ ਐਕਟ ਦੇ ਵਿੱਚ ਹੈ। ਕੁਐਸਚਨ ਨੰਬਰ 6 ਹੈ ਜੀ, ਵਾਟ ਇਜ਼ ਡਾਈਂਗ ਡਿਕਲੇਰੇਸ਼ਨ?
ਡੈਕਲੇਰੇਸ਼ਨ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਕੀ ਹੁੰਦੀ ਹੈ, ਮੈਂ ਕਾਫੀ ਵਾਰੀ ਦੱਸਿਆ ਹੈਗਾ 32 ਤੁਹਾਨੂੰ। ਸੈਕਸ਼ਨ 32 ਸੈਕਸ਼ਨ ਜਿਹਦੇ ਹੈ। ਹਾਂ ਬਹੁਤ ਵਾਰੀ ਦੱਸ ਚੁੱਕੇ ਆਪਾਂ, ਕਾਫੀ ਵਾਰੀ ਡਿਸਕਸ ਕੀਤੇ ਜਵਾਨੀ ਡੈਕਲੇਰੇਸ਼ਨ। ਜਦੋਂ ਬੰਦਾ ਕੋਈ ਮਰ ਰਿਹਾ ਹੁੰਦਾ ਹੈ ਜਾਂ ਮਰਨ ਦੇ ਕਿਨਾਰੇ ਹੁੰਦਾ ਹੈ, ਉਹਨੂੰ ਕਿਸੇ ਨੇ ਸਰਟੀਫਿਕੇਟ ਮਾਰੀ ਹੁੰਦੀ ਹੈ, ਉਹ ਆਪਣੀ ਜੋ ਸਟੇਟਮੈਂਟ ਦਿੰਦਾ ਹੈ, ਉਹ ਸਟੇਟਮੈਂਟ ਦਿੰਦਾ ਹੈ ਜੁਡੀਸ਼ੀਅਲ ਆਫੀਸਰ ਦੀ ਹਾਜ਼ਰੀ ਵਿੱਚ ਜਾਂ ਫਿਰ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ। ਦੈਟ ਸਟੇਟਮੈਂਟ ਇਜ਼ ਪਰਮਿਸਿਬਲ ਇਨ ਦਾ ਕੋਰਟ। ਠੀਕ ਹੈ ਜੀ। ਇਹਦਾ ਬੀ ਪਾਰਟ ਹੈ, what is the value of the dying declaration if the person survives after making dying declaration। ਫਿਰ ਉਸ ਜਿਹੜੀ ਡੈਕਲੇਰੇਸ਼ਨ ਦੀ ਕੀ ਵੈਲਿਊ ਹੈਗੀ ਹੈ ਜੇ ਬੰਦਾ ਸਰਵਾਈਵ ਕਰ ਜਾਂਦਾ ਹੈ। ਡੈਕਲੇਰੇਸ਼ਨ ਦੇਤੀ ਉਸਨੇ ਪਰ ਬੰਦਾ ਬਚ ਗਿਆ ਫਿਰ ਉਹਨੂੰ ਕੋਈ ਮਹੱਤਤਾ ਹੀ ਰਹਿੰਦੀ ਹੈ ਜੀ। ਫਿਰ ਉਹ ਬਿਆਨ ਦੀ ਕੋਈ ਮਹੱਤਤਾ ਨਹੀਂ ਰਹਿੰਦੀ ਜੀ। ਕਿਹੜਾ ਸੈਕਸ਼ਨ ਡੀਲ ਕਰਾਂਗੇ ਜੀ? ਤਾਂ 32 ਆ ਕੋਈ ਜੀ। Section 33, relevancy of the certain evidence for proving in subsequent proceedings the truth of facts therein stated। Section 33 ਆਊਗਾ ਸਰ? हाँ जी। नेक्स्ट चलते हैं क्वेश्चन नंबर 7, वेरी इंपॉर्टेंट है जी। व्हाट इज द डिफरेंस बिटवीन एडमिशन एंड कन्फेशन? Section 17 ਸਰ। Section 17 ਐਡਮਿਸ਼ਨ ਦਾ ਹੋ ਗਿਆ। ਤੇ 24 ਡੈਕਲੇਰੇਸ਼ਨ ਉਹਦਾ ਹੋ ਗਿਆ ਕਨਫੈਸ਼ਨ। Confession। ਠੀਕ ਹੈ। Under what provisions of the Evidence Act 1872 confession made before the police officer is admissible? ਇਹ Section 27 ਆ ਉਹ ਸਰ। ਨਹੀਂ ਨਹੀਂ 25 ਦੇਖਿਓ ਤਾਂ 26 25 ਸਰ confession to police officer not to be proved। Not to prove। 26 confession by accused while in custody of the police not to be proved against him। 26 ਚ ਵੀ ਹੈ। हाँ, confession to police officer not to be proved। No confession made to a police officer ਕਿੰਨਾ shall be ਕਰ proved ਭਾਈ as against person accused of any offence 27 27 so much of information received from accused may be proved। ਜਿਹੜਾ ਬਿਆਨ ਆ ਬਰਾਮਦੀ ਤੱਕ ਮੰਨਿਆ ਜਾਊਗਾ ਨਾ। ਪੁਲਿਸ ਬਾਰੇ ਗੱਲ ਹੋ ਰਹੀ ਹੈ। ਇਨ ਕਸਟਡੀ ਆਫ ਪੁਲਿਸ ਆਫੀਸਰ ਐਡਮਿਸਿਬਲ ਨਹੀਂ ਹੁੰਦਾ ਜੀ। ਕਨਫੈਸ਼ਨ ਪੁਲਿਸ ਦੇ ਅੱਗੇ ਦਿੱਤਾ ਹੋਇਆ ਜਿਹੜਾ ਹੁੰਦਾ ਐਡਮਿਸਿਬਲ ਨਹੀਂ ਹੁੰਦਾ। ਕਨਫੈਸ਼ਨ ਜਿਹੜਾ ਹੁੰਦਾ ਹੈ ਕਨਫੈਸ਼ਨ ਓਨਲੀ ਇਨ ਦਾ ਪ੍ਰੈਜ਼ੈਂਸ ਆਫ ਦਾ ਮੈਜਿਸਟ੍ਰੇਟ ਮੇ ਬੀ ਜੁਡੀਸ਼ੀਅਲ ਔਰ ਐਗਜ਼ੈਕਟਿਵ। ਉਹਦੀ ਵੇਟੇਜ ਨਹੀਂ ਹੁੰਦੀ। ਜਿਹੜਾ 27 ਹੈ ਇਹਦੇ ਵਿੱਚ ਇਹ ਕਿਹਾ ਗਿਆ ਉਹਨੂੰ ਪ੍ਰੂਵ ਕਰ ਸਕਦੇ ਆ ਪਰ ਇਹਦੀ ਫਿਰ ਉਦਾਂ ਉਹਨਾਂ ਚਿਰ ਵੇਟੇਜ ਨਹੀਂ ਹੁੰਦੀ। ਠੀਕ ਹੈ ਨਾ, ਪਰ ਪ੍ਰੂਵ ਕੀਤਾ ਜਾ ਸਕਦਾ ਹੈ। ਇਹ ਲਿਖਿਆ 27 ਦੇ ਵਿੱਚ। ਚਲੋ ਆਪਾਂ ਉਸ ਕੁਐਸਚਨ ਦਾ ਹਾਊ ਮਚ ਆਫ ਦਾ ਇਨਫੋਰਮੇਸ਼ਨ ਰਿਸੀਵਡ ਫਰੋਮ ਦਾ ਅਕਿਊਜ਼ਡ ਮੇ ਬੀ ਪ੍ਰੂਵਡ, ਕਿਹੜੀ ਇਨਫੋਰਮੇਸ਼ਨ ਹੈ ਜਿਹੜੀ ਉਹ ਤੋਂ ਸਾਨੂੰ ਮਿਲੀ ਹੈ ਉਹ ਪ੍ਰੂਵ ਕੀਤੀ ਜਾ ਸਕਦੀ ਹੈ। ਹਾਊ ਮਚ ਇਨਫੋਰਮੇਸ਼ਨ ਆਪਣਾ ਹੈਗਾ ਕਨਫੈਸ਼ਨ ਮੇਡ ਬਾਈ ਦਾ ਪੁਲਿਸ ਆਫੀਸਰ। ਇਹ ਕੁਐਸਚਨ ਆਏਗਾ ਜੀ, ਆਏਗਾ ਤੁਹਾਨੂੰ। 25 ਦੇ ਵਿੱਚ हाँ, confession to the police officer not to be proved। सर सेक्शन बोल रहे दोबारा सर इसको आंसर दे। देखो ਇਹਨੂੰ ਥੋੜਾ ਕਲੈਰੀਫਾਈ ਕਰ ਦਾਂਗੇ ਅਸੀਂ ਤਾਂ ਇਹ ਚ ਆ ਜਾਂਦਾ ਵੀ ਜੇ ਕਨਫੈਸ਼ਨ ਮੇਡ ਕੀਤਾ ਜਾਂਦਾ ਹੈ ਮੈਜਿਸਟ੍ਰੇਟ ਸਾਹਮਣੇ then it is admissible। 26 कह रहे हैं confession by the accused while in custody of police not to be proved against him। No confession made by any person whilst he is in the custody। बट बेटे जा चेक करो कि यार साउंड की प्रॉब्लम क्या आ रही है। साउंड प्रॉब्लम आ रही है। Police officer unless it be made in the immediate presence of the magistrate shall be proved as against such person।
ਜੇ ਤੁਹਾਡੇ ਤੋਂ ਮੈਜਿਸਟ੍ਰੇਟ ਦੀ ਗੱਲ ਪੁੱਛ ਲੈਂਦੇ ਆ ਤਾਂ ਤੁਸੀਂ 26 ਲਿਖ ਦੇਣਾ, ਨਹੀਂ ਤੁਸੀਂ 25 ਲਿਖ ਦੇਣਾ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ, ਅਗਲਾ ਬੀ ਪਾਰਟ ਹੈ, ਐਨ ਅਕਿਊਜ਼ਡ ਵਾਈਲ ਇਨ ਦਾ ਪੁਲਿਸ ਕਸਟਡੀ ਗਿਵਸ ਇਨਫੋਰਮੇਸ਼ਨ ਟੂ ਦਾ investigating officer. An accused while in the police custody gives information to the investigating officer that he purchased the murder weapon from a dealer in sector 19 Chandigarh, and takes the investigating officer to the shop of the dealer and points him out whether the information given by the accused and the evidence of investigating officer are admissible. 27 नहीं होगा सारे? हाँ 27 आएगा जी, 27 आएगा। ਇਨਵੈਸਟੀਗੇਸ਼ਨ ਹੈ ਨਾ ਜੀ, ਹਾਂਜੀ ਸਰ। ਇਨਵੈਸਟੀਗੇਸ਼ਨ ਦੌਰਾਨ ਕੋਈ ਵੀ ਇਨਫੋਰਮੇਸ਼ਨ ਦਿੰਦਾ ਹੈ ਅਕਿਊਜ਼ਡ, ਤਾਂ ਇਹਦਾ ਮਤਲਬ ਥੋੜਾ ਵੀ ਉਹ ਇਨਵੈਸਟੀਗੇਸ਼ਨ ਉਹਦੀ ਨਹੀਂ ਮੰਨੀ ਜਾਏਗੀ। ਇਨਫੋਰਮੇਸ਼ਨ ਦਿੱਤੀ ਗਈ ਅਕਿਊਜ਼ਡ ਨੇ ਵੀ ਮੈਂ ਫਲਾਣੀ ਜਗ੍ਹਾ ਤੋਂ ਫਲਾਣੇ ਜਿਹੜੇ ਆਰਮਸ ਸੀ ਪਰਚੇਜ ਕੀਤੇ ਸੀ, ਇਟ ਇਜ਼ ਏ ਪਾਰਟ ਆਫ ਇਨਵੈਸਟੀਗੇਸ਼ਨ। 27 ਚ ਕਵਰ ਕਰਾਂਗੇ ਜਿਸ ਨੂੰ। ਤੁਹਾਡਾ ਕੁਐਸਚਨ ਤੁਹਾਡੇ 27 ਚ ਵੀ ਹੈ, ਹਾਊ ਮਚ ਆਫ ਇਨਫੋਰਮੇਸ਼ਨ received from a accused may be proved provided that when any fact is deposed to be discovered in the consequence of the information received from a person accused of any offense in the custody of a police officer, so much of such information, whether it amounts to a confession or not, as relates distinctly to the fact thereby discovered, may be proved. ਇਨਵੈਸਟੀਗੇਸ਼ਨ ਦੇ ਦੌਰਾਨ ਉਹਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ, ਉਸ ਇਨਫੋਰਮੇਸ਼ਨ ਦੇ ਨਾਲ ਜਿਹੜੀ ਹੈਗੀ ਪੁਲਿਸ ਉੱਤੇ ਪਹੁੰਚੀ ਹੈ, ਠੀਕ ਹੈ, ਦੈਟ ਜਿਹੜੀ ਹੈਗੀ ਇਨਫੋਰਮੇਸ਼ਨ ਹੈ ਇਹ ਐਡਮਿਸਿਬਲ ਹੋਏਗੀ। ਨੈਕਸਟ ਹੈ ਕੁਐਸਚਨ ਨੰਬਰ 8 ਜੀ, what is examination in chief and cross examination? What do you mean by the leading questions? ਤੁਸੀਂ ਰੋਜ਼ ਕੋਰਟਾਂ 'ਚ ਜਾਂਦੇ ਜੀ, ਆਪਾਂ ਹਰ ਰੋਜ਼ ਡੇਲੀ ਜਾਂਦੇ ਆਪਾਂ ਕੋਰਟਾਂ 'ਤੇ ਆਲਮੋਸਟ। ਪਹਿਲਾਂ ਸਾਡੀ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ, ਫਿਰ ਸਾਡੀ ਕ੍ਰਾਸ ਐਗਜ਼ਾਮੀਨੇਸ਼ਨ ਹੁੰਦੀ ਹੈ, ਠੀਕ ਹੈ ਜੀ। ਕਿਹੜੇ ਸੈਕਸ਼ਨ 'ਚ ਹੈ ਜੀ? 137 ਹੈ ਜੀ 137 ਸਰ। 137 ਕ੍ਰਾਸ, ਸਾਰੇ 137 ਚ ਕਵਰ ਹੋ ਗਿਆ। 37 38 लीडिंग क्वेश्चन 141 जी। 141 ठीक है। ਇਹ ਸਰ 137 138 ਤੇ 141 ਆ ਜੀ। ਬਿਲਕੁਲ ਠੀਕ ਹੈ। रीडिंग 137 ਚ ਤੁਹਾਡਾ ਆ ਗਿਆ ਚੀਫ ਵੀ ਆ ਗਿਆ, ਕ੍ਰਾਸ ਵੀ ਆ ਗਿਆ, ਠੀਕ ਹੈ। ਕ੍ਰਾਸ 138 ਚ ਵੀ ਆ ਗਿਆ ਸਰ। ਨਹੀਂ ਕ੍ਰਾਸ ਨਾਲ ਹੀ ਪਿਆ, ਚੀਫ ਦੇ ਵਿੱਚ 137 ਵਿੱਚ ਹੀ ਪਿਆ ਕ੍ਰਾਸ ਐਗਜ਼ਾਮੀਨੇਸ਼ਨ। ਠੀਕ ਹੈ ਸਰ। ਬਸ ਪਾਰਟੀ ਵੱਲੋਂ ਕੀਤੀ ਗਈ ਹੈ। ਉਹ ਜੇ ਰੀ ਐਗਜ਼ਾਮੀਨੇਸ਼ਨ ਵੀ ਹੈਗਾ, ਤੁਹਾਨੂੰ ਤਿੰਨੇ ਆ ਸਕਦੇ ਨੇ, ਐਗਜ਼ਾਮੀਨੇਸ਼ਨ ਚੀਫ ਵੀ ਆ ਸਕਦਾ, ਕ੍ਰਾਸ ਵੀ ਆ ਸਕਦਾ, ਰੀ ਐਗਜ਼ਾਮੀਨੇਸ਼ਨ ਵੀ ਆ ਸਕਦਾ ਹੈ। ਕੁਐਸਚਨ ਸੀ ਆਪਣਾ ਵਾਟ ਇਜ਼ ਦਾ ਐਗਜ਼ਾਮੀਨੇਸ਼ਨ। ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਉਹ 139 ਚ ਹੈ ਜੀ। ਹੈ ਜੀ ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਉਹ 139 ਹੈ ਜੀ। ਵਿੱਚ ਡਾਕੂਮੈਂਟ ਦੇ ਨਾਲ ਨਹੀਂ ਤਾਂ ਕ੍ਰਾਸ ਨਹੀਂ ਤੁਸੀਂ 137 ਚ ਹੀ ਲਿਖੋਗੇ ਜੀ, ਉਹ ਕ੍ਰਾਸ ਐਗਜ਼ਾਮੀਨੇਸ਼ਨ ਦੋ ਤਰ੍ਹਾਂ ਦੀ ਹੈ, 137 ਹੀ ਲਿਖੋਗੇ। ਅੱਗੇ ਲੀਡਿੰਗ ਕੁਐਸਚਨ ਹੈ, ਲੀਡਿੰਗ 141 ਚ ਆ ਗਿਆ ਜੀ। Can leading questions be asked during examination in chief? ਟੈਕਨੀਕਲ ਲੀਡਿੰਗ ਕੁਐਸਚਨ ਕੀ ਹੁੰਦੇ ਆ ਜੀ, ਦੱਸੋ ਜਰਾ। What are the leading questions? ਜਦੋਂ ਕੁਐਸਚਨ ਤੇ ਆਨਸਰ ਜਿਹੜਾ ਹੈਗਾ ਕੋਈ ਪ੍ਰੀਟਰ ਜਿਹੜਾ ਹੈਗਾ ਉਹ ਆਪਣੇ ਵੱਲੋਂ ਹੀ ਕਰਕੇ ਜਿਹੜਾ ਹੈਗਾ ਯੈਸ ਔਰ ਨੋ ਦੇ ਵਿੱਚ ਕੁਐਸਚਨ। ਹਾਂ, ਜੋ ਤੁਹਾਨੂੰ ਵਕੀਲ ਕੁਐਸਚਨ ਕਰਦੇ ਨੇ, ਯੈਸ ਔਰ ਨੋ ਪੁੱਛਦੇ ਨੇ, ਉਹਦਾ ਸੁਜੈਸਟ ਜਿਹੜਾ ਆਨਸਰ ਹੈ ਉਹ ਵੀ ਸੁਜੈਸਟ ਕਰ ਲੈਣੇ ਆਪਣੇ ਆਪ ਹੀ, ਕੁਐਸਚਨ ਵੀ ਕੀਤਾ ਤੇ ਆਨਸਰ ਵੀ ਸੁਜੈਸਟ ਕਰ ਦਿੱਤਾ, ਠੀਕ ਹੈ। ਫਿਰ ਤੁਹਾਨੂੰ ਪੁੱਛਦੇ ਨੇ ਆਨਸਰ ਦੱਸ ਕੇ ਤੁਹਾਨੂੰ
ਪੁੱਛਿਆ ਜਾਂਦਾ ਹੈ ਵੀ ਯੈਸ ਹੈ ਠੀਕ ਹੈ ਜਾਂ ਗਲਤ ਹੈ, ਯੈਸ ਔਰ ਨੋ, ਉਹ ਦੈਟ ਇਜ਼ ਕਾਲਡ ਲੀਡਿੰਗ ਕੁਐਸਚਨਸ। ਪਰ ਇਹ ਜਿਹੜੇ ਐਗਜ਼ਾਮੀਨੇਸ਼ਨ ਚੀਫ ਦੇ ਵਿੱਚ ਨਹੀਂ ਕੀਤੇ ਜਾ ਸਕਦੇ ਹੁੰਦੇ ਲੀਡਿੰਗ ਕੁਐਸਚਨਸ, ਇਹ ਕ੍ਰੋਸ 'ਚ ਹੀ ਹੋ ਸਕਦੇ ਹੁੰਦੇ ਆ। ਠੀਕ ਹੈ ਜੀ। ਜਵਾਨੀ ਗੱਲ ਯਾਦ ਰੱਖਣੀ ਹੈ ਤੁਸੀਂ ਵੀ ਜਿਹੜੇ ਲੀਡਿੰਗ ਕੁਐਸਚਨ ਨੇ ਇਹ ਐਗਜ਼ਾਮੀਨੇਸ਼ਨ ਚੀਫ 'ਚ ਨਹੀਂ ਹੁੰਦੇ, ਇਹ ਕ੍ਰੋਸ ਐਗਜ਼ਾਮੀਨੇਸ਼ਨ 'ਚ ਹੀ ਹੁੰਦੇ ਆ। 142 ਕੋਡ ਕਰ ਦਾਂਗੇ ਹੈ ਜੀ। ਇਹ 142 ਆ ਜੀ, ਨਹੀਂ ਕੋਡ 143 'ਚ ਲਿਖਿਆ ਹੋਇਆ ਹੈ when they may be asked, leading questions may be asked in the cross examination, when they not be asked, ਕਦੋਂ ਕੁਐਸਚਨ ਨਹੀਂ ਕੀਤੇ ਜਾ ਸਕਦੇ 142 ਦੇ ਵਿੱਚ ਲਿਖਿਆ ਹੋਇਆ ਹੈ। ਕ੍ਰੋਸ ਐਗਜ਼ਾਮੀਨੇਸ਼ਨ ਚੀਫ ਦੇ ਵਿੱਚ ਵੀ ਤੇ ਰੀ ਐਗਜ਼ਾਮੀਨੇਸ਼ਨ 'ਚ ਵੀ ਨਹੀਂ ਕੀਤੇ ਜਾ ਸਕਦੇ, ਕ੍ਰੋਸ ਜਿਹੜੀ ਕ੍ਰੋਸ 'ਚ ਕੀਤੇ ਜਾ ਸਕਦੇ ਹੈ। ਠੀਕ ਹੈ ਜੀ। 42 ਤੇ 43 ਦੋਹੇ ਲਿਖ ਦਿਓਗੇ ਜੀ। Can leading questions be asked during examination chief? ਤੁਹਾਨੂੰ ਤਾਂ ਇਹੀ ਪੁੱਛਿਆ ਇਕੱਲਾ, ਤੁਸੀਂ 142 ਕਵਰ ਕਰ ਦੋਗੇ ਇਕੱਲਾ ਬਸ। ਠੀਕ ਹੈ ਜੀ। ਠੀਕ ਹੈ ਸਰ। ਟਫ ਤਾਂ ਨਹੀਂ ਲੱਗ ਰਿਹਾ ਜੀ ਪੇਪਰ? ਇਹ ਥੋੜਾ ਜਿਹਾ ਲੈਂਥੀ ਹੈ ਸਰ ਪੇਪਰ, ਸਿਲੇਬਸ ਇਹਦਾ ਬਾਕੀਆਂ ਨਾਲੋਂ ਜ਼ਿਆਦਾ ਹੈ। ਹਾਂ ਪੇਪਰ ਥੋੜਾ ਜ਼ਿਆਦਾ ਹੈ ਹਾਂਜੀ। 5 ਨੰਬਰ ਪੇਪਰ ਨਾਲੋਂ ਤੁਸੀਂ 5 ਨੰਬਰ ਸਿਲੇਬਸ ਬਹੁਤ ਹੈ ਸਰ। ਕਲੀਅਰ ਹੈ, ਬਟ ਇਹ ਕਿ ਸਾਨੂੰ ਕ੍ਰਿਮੀਨਲ ਜਿਹੜਾ ਉਹ ਸੌਖਾ ਲੱਗ ਰਿਹਾ ਸੀ ਹੁਣ। ਹੈ ਜੀ। ਕ੍ਰਿਮੀਨਲ ਬੜਾ ਸੌਖਾ ਲੱਗ ਰਿਹਾ, ਬਟ ਇਹ ਕਿ ਇਹ ਥੋੜਾ ਪਹਿਲਾਂ ਸਾਨੂੰ question ਕੋਡ ਆਫ ਸਿਵਲ ਪ੍ਰੋਸੀਜਰ ਅਸੀਂ ਇਨਫਾਰਮਲ ਐਜੂਕੇਸ਼ਨ ਸਾਡੇ ਕੋਲ ਹੈਗੀ ਆ, ਫਾਰਮਲ ਲਿਖਿਆ ਕਿ ਬਸ ਅਸੀਂ ਸ਼ਾਇਦ ਜ਼ਿਆਦਾ ਕਰ ਲਾਂਗੇ, ਪਰ ਹੁਣ ਇਦਾਂ ਲੱਗਾ ਵੇ ਆਈਪੀਸੀ ਤੇ ਸੀਆਰਪੀਸੀ ਜ਼ਿਆਦਾ ਕਰ ਲਵਾਂਗੇ, ਇਹ ਘੱਟ ਹੈ ਤਾਂ ਡੋਲ ਜਾ। ਸਾਡੀ ਸੋਚ ਇਹੀ ਸੀ ਅਸੀਂ। ਦੇਖੋ ਇਦਾਂ ਹੈ ਵੀ ਆਪਾਂ ਨੇ ਨਾ ਡਿਟੇਲ 'ਚ ਪੜ੍ਹਿਆ ਹੋਇਆ ਸਾਰਾ ਕੁਝ, ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਹਾਂ ਅਸੀਂ ਪੜ੍ਹਿਆ ਹੋਇਆ ਤਾਂ ਸਾਨੂੰ ਉਹ ਜਿਹੜਾ ਨਾ ਔਖਾ ਨਹੀਂ ਲੱਗਦਾ, ਇਹ ਵੀ ਬਸ ਲੱਭਣਾ ਹੀ ਥੋੜਾ ਲੱਗਦਾ ਔਖਾ ਤੇ ਪਰ ਪੇਪਰ ਦੇ ਵਧੀਆ ਚੂਜ਼ ਕੀਤਾ, ਇਹਦੇ ਵਿੱਚ ਘੁਮਾ ਕੇ ਪਾਇਆ ਹੋਇਆ, ਸਿੱਧੇ ਨਹੀਂ ਕੁਐਸਚਨ ਕੋਈ ਵੀ। ਨਹੀਂ ਬਹੁਤ ਵਧੀਆ ਕੁਐਸਚਨ ਪੇਪਰ ਜੀ। ਦੇਖੋ ਜਿਹਨੇ ਵੀ ਸੈੱਟ ਕੀਤਾ ਕੁਐਸਚਨ ਪੇਪਰ ਵੈਰੀ ਇੰਪੋਰਟੈਂਟ, ਜਿਹੜੇ ਸਬਜੈਕਟ ਸਾਰੇ ਨੇ ਕਵਰ ਕੀਤੇ ਨੇ, ਰੈਸ ਜੁਡੀਕਾਟਾ ਕਵਰ ਕੀਤਾ ਹੈ, ਸੈਟ ਆਫ ਕੀਤਾ ਹੈ, ਕਾਊਂਟਰ ਕਲੇਮ ਕੀਤਾ ਹੈ। ਪਰਸੈਂਟ ਕਰਦੇ ਨੇ ਅਜੀ ਵਿੱਚ ਹੈ ਜੀ। ਸਰ ਇਹਦੇ ਚ ਕੁਐਸਚਨ ਜ਼ਿਆਦਾ ਲੈਂਥੀ ਨਹੀਂ ਹੈਗੀ। ਕੀ ਕਹਿ ਰਹੇ ਹੋ? ਪੇਪਰ ਸੈਂਡ ਕਰ ਦਿਓ ਸਰ, ਗਰੁੱਪ 'ਚ ਲੱਭਿਆ ਨਹੀਂ। ਗਰੁੱਪ 'ਚ ਕੱਲ ਤਾਂ ਸੈਂਡ ਕੀਤੇ ਹੈ। ਰੱਤੀ ਸਾਹਿਬ ਇਹ ਕੁਐਸਚਨ ਨਾ 6ਵੇਂ 'ਚ ਘੁਮਾ ਕੇ ਹੀ ਪਾਉਂਦੇ ਨੇ, ਪ੍ਰੋਬਲਮ ਇਹੀ ਹੈ। 6ਵਾਂ 8ਵੇਂ ਤੋਂ ਬਾਅਦ 6ਵਾਂ ਪੇਪਰ ਹੀ ਟਫ ਪੇਪਰ ਮੰਨਿਆ ਜਾਂਦਾ ਹੈ। ਦੇਖੋ ਸਾਰੀਆਂ ਕੋਰਟਾਂ 6ਵੇਂ ਪੇਪਰ ਤੇ ਚੱਲਦਾ ਸਾਰਾ ਸਿਸਟਮ, ਹਾਲਾਂਕਿ ਆਪੇ ਅਸੀਂ ਵੀ ਰੋਜ਼ ਕੰਮ ਕਰਦੇ ਹਾਂ ਇਸੇ ਬੁੱਕ ਦੇ ਬੇਸ ਤੇ, ਜਿੰਨੇ ਤੁਹਾਡੇ ਕੋਲੇ ਇੰਜੈਕਸ਼ਨ ਆਉਂਦੀਆਂ, ਸਟੇ ਆਉਂਦੀਆਂ, ਅਪੀਲਾਂ ਆਉਂਦੀਆਂ, ਡਿਗਰੀਆਂ ਆਉਂਦੀਆਂ ਹੈ ਜੀ। ਅਪੀਲ ਐਂਡ ਕੋਰਟਾਂ ਦੀਆਂ ਡਿਗਰੀਆਂ ਆਉਂਦੀਆਂ 41 ਦੇ ਵਿੱਚ ਆਉਂਦੀਆਂ ਨੇ, 39 ਦੇ ਵਿੱਚ ਸਾਡੇ ਕੋਲੇ ਆਉਂਦੀਆਂ ਨੇ, ਇਹ ਇੰਜੈਕਸ਼ਨਸ ਆਉਂਦੇ ਨੇ। ਇਹ ਅਸੀਂ ਪ੍ਰੈਕਟੀਕਲ ਕਰ ਰਹੇ ਹੁੰਦੇ ਹਾਂ, ਪਰ ਅਸੀਂ ਕਈ ਵਾਰੀ ਧਿਆਨ ਨਹੀਂ ਦਿੰਦੇ ਇਹਨਾਂ ਗੱਲਾਂ 'ਚ। ਅਟੈਚਮੈਂਟ ਆਰਡਰ 38 ਦੇ ਵਿੱਚ ਵੀ ਸਾਡੇ ਕੋਲੇ ਬਿਫੋਰ ਜਜਮੈਂਟ ਵੀ ਆਰਡਰਸ ਆਉਂਦੇ ਆ, ਇੰਡੀਜੈਂਟ ਪਰਸਨ ਦੇ ਵੀ ਸਾਡੇ ਕੋਲੇ ਕੇਸ ਆਉਂਦੇ ਆ, ਮਾਈਨਰ ਦੇ ਵੀ ਆਉਂਦੇ ਆ ਹੈ ਜੀ। ਇਹ ਰੂਟੀਨ ਸਾਡੇ ਕੋਲੇ ਆਉਂਦੇ ਆ, ਜਿੰਨੀਆਂ ਸਾਡੇ ਕੋਲੇ ਜਜਮੈਂਟਸ ਵਗੈਰਾ ਆਉਂਦੀਆਂ ਨੇ ਜਾਂ ਸਾਡੇ ਕੋਲੇ ਸਟੇ ਆਰਡਰ ਆਉਂਦੇ ਨੇ, ਉਹ ਸਾਰੇ ਹੀ ਇਸ ਬੁੱਕ ਦੇ ਬੇਸ ਤੇ ਹੁੰਦੇ ਨੇ। ਪਰ ਜੇ ਅਸੀਂ ਕਿਸੇ ਵੇਲੇ ਧਿਆਨ ਨਾਲ ਦੇਖੀਏ, ਹਾਂਜੀ ਸਰ ਏ ਪਾਰਟ ਤੇ ਬੀ ਪਾਰਟ ਦੋਨਾਂ ਚੋਂ ਅੱਧੇ ਤੇ ਨੰਬਰ ਲੈਣੇ ਜ਼ਰੂਰੀ ਹੁੰਦੇ ਜੀ? ਨਹੀਂ, ਇਹ ਤਾਂ ਉੱਪਰ ਤਾਂ ਨਹੀਂ ਕੁਝ ਲਿਖਿਆ ਇਹਦੇ ਵਿੱਚ ਇਦਾਂ ਦਾ। ਜਿਵੇਂ ਐਵੀਡੈਂਸ ਹੈ 30 ਨੰਬਰ ਦਾ, ਉਹ 70 ਨੰਬਰ ਦਾ ਜੀ। ਇਹ ਤੁਸੀਂ ਕੁਐਸਚਨ ਦੇ ਉੱਪਰ ਲਿਖਿਆ ਹੋਏਗਾ ਉਹੀ ਦੇਖਣਾ ਤੁਸੀਂ, ਇਹਦੇ ਵਿੱਚ ਐਸਾ ਕੁਝ ਨਹੀਂ ਲਿਖਿਆ ਹੋਇਆ। ਆਲ ਦਾ ਕੁਐਸਚਨਸ ਆਰ ਕੰਪਲਸਰੀ, cites provisions of the code whereas necessary, answer should be brief and to the point। ਇੱਥੇ ਇਹ ਨਹੀਂ ਲਿਖਿਆ ਗਿਆ ਵੀ ਤੁਸੀਂ ਕਿੱਥੋਂ ਕਿੰਨੇ ਲੈਣੇ ਨੇ, ਤੁਸੀਂ ਨੰਬਰ ਪਾਸ ਹੋਣ ਦੇ ਲਈ ਜਿੱਥੋਂ ਮਰਜ਼ੀ ਆ ਜਾਣ, ਜਿਹਦੇ ਮਰਜ਼ੀ ਪਾਰਟ 'ਚੋਂ ਆ ਜਾਣ, ਇਹ ਕੋਈ ਨਹੀਂ ਹੈ। ਇਹ ਜੇ ਲਿਖਿਆ ਹੋਵੇ ਉੱਪਰ ਵੀ ਇਸ ਪਾਰਟ 'ਚ ਇੰਨੇ ਨੰਬਰ ਜ਼ਰੂਰੀ ਨੇ, ਇਸ ਪਾਰਟ 'ਚ ਨਹੀਂ, ਫਿਰ ਗੱਲ ਵੱਖਰੀ ਹੈ, ਪਰ ਇੱਥੇ ਕੁਝ ਨਹੀਂ ਲਿਖਿਆ ਹੋਇਆ ਇਦਾਂ ਦਾ। ਠੀਕ ਹੈ ਸਰ। 6ਵੇਂ ਮੈਨੂੰ ਯਕੀਨ ਹੈ ਵੀ ਤੁਸੀਂ ਕੋਈ ਫੇਲ ਨਹੀਂ ਹੋਏਗਾ। ਸਰ 8ਵੇਂ ਪੇਪਰ 'ਚ ਕੰਡੀਸ਼ਨ ਹੈਗੀ ਹੈ ਜੀ, 8ਵੇਂ 'ਚ ਹੋਏਗੀ, ਮੇ ਵੀ 8ਵੇਂ 'ਚ ਹੋ ਸਕਦੀ ਹੈ, ਮੇ ਵੀ 8ਵੇਂ 'ਚ ਹੋ ਸਕਦੀ ਹੈ, ਪਰ ਇਹਦੇ 'ਚ ਨਹੀਂ ਕੋਈ ਕੰਡੀਸ਼ਨ ਇਦਾਂ ਦੀ। ਠੀਕ ਹੈ। ਤੁਸੀਂ ਜਿਹੜਾ ਅਸੀਂ ਜਵਾਨੀ ਡਿਸਕਸ ਕਰਦੇ ਆ ਨਾ ਜੀ, ਉਹਦੇ ਨਾਲ ਕੀ ਹੁੰਦਾ ਤੁਹਾਨੂੰ ਫੈਕਟ ਕਲੀਅਰ ਹੋ ਜਾਂਦਾ ਹੈ।
ਸਾਨੂੰ ਬਹੁਤ ਸਾਲ ਤੱਕ ਤਾਂ ਇਹ ਨਹੀਂ ਪਤਾ ਚੱਲਿਆ ਕਾਊਂਟਰ ਕਲੇਮ ਕੀ ਹੁੰਦਾ, ਸੈਟ ਆਫ ਕੀ ਹੁੰਦਾ ਹੈ। ਠੀਕ ਹੈ, ਇਹ ਗੱਲਾਂ ਦਾ ਨਹੀਂ ਪਤਾ ਚੱਲਦਾ। ਮਾਈਕ ਬੰਦ ਕਰ ਲਓ ਯਾਰ। ਰੈਜ਼ਿਡਿਊਟੀ ਕਰਦਾ ਯਾਰ ਕੀ ਆਪਣੇ ਹੁੰਦਾ ਹੈ। mic ਬੰਦ ਕਰੋ। ਹੁਣ ਪਤਾ ਨਹੀਂ ਕਿੰਨੀ ਕਿੰਨੀ ਕੁ ਵਾਰੀ ਪੜ੍ਹ ਚੁੱਕੇ ਹੋਣਗੇ, ਮਤਲਬ ਕਿ ਕਈ ਜਿਹੜੇ ਫੰਡੇ ਹੁੰਦੇ ਆ ਕਲੀਅਰ ਬਹੁਤ ਦੇਰ ਬਾਅਦ ਜਾ ਕੇ ਹੁੰਦੇ ਨੇ। ਠੀਕ ਹੈ ਜੀ, ਜਦੋਂ ਪ੍ਰੈਕਟੀਕਲ ਕੰਮ ਕਰਦੇ ਆ ਤਾਂ ਕਈ ਗੱਲਾਂ ਜ਼ਿਆਦਾ ਕਲੀਅਰ ਹੋ ਜਾਂਦੀਆਂ। ਹੁਣ ਅਸੀਂ ਪ੍ਰੈਕਟੀਕਲ ਕੋਰਟ 'ਚ ਵੀ ਕਰਦੇ ਆ ਤਾਂ ਸਾਨੂੰ ਪਤਾ ਚੱਲਦਾ ਕਾਊਂਟਰ ਕਲੇਮ, ਸੈਟ ਆਫ, ਇਹ ਉਹ ਸਾਰਾ ਕੁਝ ਅਸੀਂ ਪ੍ਰੈਕਟੀਕਲ 'ਚ ਵੀ ਦੇਖਦੇ ਹੈਗੇ ਆ। ਉੱਥੇ ਰੂਟੀਨ ਦੇ ਵਿੱਚ ਸਾਡੇ ਕੋਲ ਯੂਟਿਲਾਈਜ਼ ਹੁੰਦੀ, ਅਸੀਂ ਯੂਜ਼ ਕਰਦੇ ਆ ਤਾਂ ਥੋੜਾ ਜ਼ਿਆਦਾ ਕਲੀਅਰ ਹੋ ਜਾਂਦਾ ਹੈ। ਪਰ ਥਿਉਰੀ ਪੜ੍ਹਨੀ ਹੋਰ ਚੀਜ਼ ਹੈ, ਪ੍ਰੈਕਟੀਕਲ ਕੰਮ ਕਰਨਾ ਹੋਰ ਚੀਜ਼ ਹੁੰਦੀ ਹੈ। 6ਵੇਂ ਦਾ ਪੇਪਰ ਹੋਰ ਕਰਾ ਦਿਓ ਸਰ ਜੀ ਇੱਕ। ਕਰਾ ਦਾਂਗੇ ਹਨਾ ਜੀ। ਕਰਾ ਦਾਂਗੇ, ਅਗਲੇ ਵੀਕ 'ਚ ਕਰਾ ਦਾਂਗੇ ਜਿਵੇਂ ਤੇ। ਅੱਜ ਸਰ ਸ਼ਾਮ ਨੂੰ ਲਾ ਦਿਓ ਇੱਕ ਟਾਈਮ ਇਹਦੇ ਲਈ ਇਕੱਲੇ ਦੇ। ਜੀ 6ਵੇਂ ਦਾ ਇੱਕ ਪੇਪਰ ਸ਼ਾਮ ਨੂੰ ਕਰਾਓ। ਅੱਜ ਸ਼ਾਮ ਨੂੰ ਦੇਖੋ, Impossible। ਕਰਾ ਦਿਓ ਸਰ ਪਲੀਜ਼, ਇੱਕ ਇਹਦਾ ਪੇਪਰ ਜ਼ਰੂਰ ਕਰਾਓ। ਇਹਦਾ ਥੋੜਾ ਜਿਹਾ ਫਿਰ ਮਾਈਂਡ 'ਚ ਹੋ ਜਾਊਗਾ ਵੀ ਕਿਹੜੀ ਚੀਜ਼ ਕਿੱਥੇ ਕੁ ਪਈ ਹੈ। ਆਪਾਂ ਨੈਕਸਟ ਵੀਕ 'ਚ ਕਰਾਂਗੇ ਜੀ। ਮੈਂ ਤੁਹਾਨੂੰ ਪੂਰਾ ਹਫਤਾ ਪੜਾਵਾਂਗਾ। ਅਸੀਂ ਸਾਰੇ ਪੇਪਰ ਕਿਹੜੇ ਕਿਹੜੇ, ਤੁਸੀਂ ਦੱਸੋ ਕਿਹੜੇ ਕਿਹੜੇ ਸਬਜੈਕਟ ਪੜਾਈਏ ਆਪਾਂ ਹੁਣ ਫਰਦਰ। ਥੋੜਾ ਪੰਜਵੇਂ ਤੇ ਜ਼ੋਰ ਜ਼ਿਆਦਾ ਲਾ ਦਿਓ ਜੀ, ਹੁਣ ਦੂਜੇ ਦਰਜੇ ਦਾ ਤਾਂ ਪੰਜਵੇਂ ਛੇਵੇਂ ਕਰਾ ਦਈਏ। ਪੰਜਵੇਂ ਛੇਵਾਂ ਕਰਾ ਦਿਓ। ਚੌਥਾ ਵੀ ਕੀ ਬਣਾ ਰਿਹਾ ਸੀ, ਇਵੇਂ ਦੀ ਜ਼ਿਆਦਾ ਹੈ। ਹੈ ਜੀ, 6 ਨੰਬਰ ਕਰਾ ਦਿਓ ਜੀ। ਪਤਾ ਕੀ ਹੁੰਦਾ ਹੈ, ਹੁਣ ਕਈਆਂ ਦਾ ਕਈਆਂ ਦਾ ਪੇਪਰ ਹੀ ਕੋਈ 4 ਨੰਬਰ ਰਿਹਾ ਹੁੰਦਾ, ਕਿਸੇ ਦਾ 1 ਨੰਬਰ ਰਿਹਾ ਹੁੰਦਾ। ਚੌਥਾ ਪੰਜਵਾਂ ਛੇਵਾਂ ਕਰਾ ਦਿਓ ਜੀ। ਚੌਥਾ ਪੰਜਵਾਂ ਛੇਵਾਂ 1 ਨੰਬਰ ਦੀ ਲੋੜ ਨਹੀਂ ਹੈ। ਚਲੋ ਕੋਈ ਨਹੀਂ, ਮੈਂ ਸ਼ੁਰੂ ਬਣਾਵਾਂਗਾ ਕਿਉਂਕਿ ਕਈਆਂ ਨੂੰ ਇੱਕ ਵੀ ਪੜ੍ਹਨਾ ਹੁੰਦਾ ਨਾ ਜੀ। ਸਰ ਇੱਕ ਵੀ ਰਹਿੰਦਾ ਜੀ, ਇੱਕ ਵੀ ਕਰਾ ਦਿਓ। ਮੈਂ ਸ਼ਡਿਊਲ ਬਣਾ ਕੇ ਨੈਕਸਟ ਵੀਕ ਦਾ ਮੈਂ ਦੇਖੋ ਪਤਾ ਕੀ ਹੈ, ਮੈਂ ਨੈਕਸਟ ਵੀਕ ਦਾ ਸ਼ਡਿਊਲ ਬਣਾ ਕੇ ਪਾਵਾਂਗਾ। ਮੈਂ ਸਾਰੇ ਪੇਪਰ ਹੀ ਲਗਭਗ ਕਵਰ ਕਰਾਂਗਾ। ਉਹਦੇ ਵਿੱਚ ਕਈਆਂ ਦਾ ਇੱਕ ਪੇਪਰ ਰਹਿੰਦਾ ਹੁੰਦਾ ਇਕੱਲਾ ਹੀ। ਠੀਕ ਹੈ, ਸਭ ਦਾ ਹੀ ਜਿਹੜਾ ਹੈਗਾ ਇੰਟਰਸਟ ਦੇਖਣਾ ਬਾਅਦ ਕਰਨਾ ਪਏਗਾ। ਨੈਕਸਟ ਵੀਕ ਦੇ ਵਿੱਚ ਸਾਰੇ ਦੇ ਸਾਰੇ ਪੇਪਰ ਫੇਰ ਕਰਾਂਗੇ ਇੱਕ ਵਾਰੀ। ਠੀਕ ਹੈ ਜੀ। ਹੈਲੋ ਹਾਂਜੀ, ਸਰ ਇਹਦੀ ਰਿਕਾਰਡਿੰਗ ਵੀ ਪਾ ਦਿਓ ਸਾਰੀ ਦੀ। ਰਿਕਾਰਡਿੰਗ ਪਾ ਦੇਣਾ। ਰਿਕਾਰਡਿੰਗ ਪਹਿਲਾਂ ਹੀ ਪਾਈ ਵੀ ਹੈ ਜੀ, ਪਾ ਦੇਣਾ ਸਾਰੀ। ਕਰਾਇਆ ਨਾ ਸਰ, ਮਤਲਬ ਗੱਲ ਤਾਂ ਸੋਮਵਾਰ ਤੋਂ ਰੱਖ ਕੇ ਅੱਜ ਤੱਕ ਸਾਰੇ। ਇਸ ਤੋਂ ਪਹਿਲਾਂ ਰਿਕਾਰਡਿੰਗ ਸਾਰੀ ਪਾਈ ਵੀ ਹੈ, ਤੁਸੀਂ ਚੈੱਕ ਕੀਤੀ ਨਹੀਂ ਹੋਣੀ। ਅੱਜ ਦੀ ਰਿਕਾਰਡਿੰਗ, ਕੱਲ ਦੀ ਰਿਕਾਰਡਿੰਗ ਪਈ ਵੀ ਹੈ, ਅੱਜ ਦੀ ਰਿਕਾਰਡਿੰਗ ਪਵਾ ਦੇਣਾ। ਠੀਕ ਹੈ ਬੇਟੇ, ਪਾ ਦੇਣਾ ਇਹ। ਮੈਂ ਸਾਰੇ ਪਾ ਦਿਓ ਸਰ, ਸਾਰੇ ਸੋਮਵਾਰ ਤੋਂ ਰੱਖ ਕੇ ਜਿਹੜੇ ਮੈਂ ਜਿੰਨੀ ਵੀ ਰਿਕਾਰਡਿੰਗ ਆਪਾਂ ਕੀਤੀ ਸਾਰੀ ਪਾਈਆਂ ਹੋਈਆਂ ਨੇ। ਇਹ ਸਾਰੀਆਂ ਪਾਈਆਂ ਸਰ, ਹੈ ਨਹੀਂ ਪਾਈਆਂ, ਰਿਕਾਰਡਿੰਗ ਨਹੀਂ ਪਾਈਆਂ ਸਰ। ਪਾਈਆਂ ਰਿਕਾਰਡਿੰਗ ਵਿੱਚ ਰਾਜੇ ਪਾਈਆਂ ਹੋਈਆਂ, ਤੁਸੀਂ ਚੈੱਕ ਕਰੋ। ਤੁਸੀਂ ਪਹਿਲਾਂ ਚੈੱਕ ਕੀਤੀਆਂ ਹੋਣੀਆਂ, ਉਦੋਂ ਨਹੀਂ ਪਈਆਂ ਹੋਣੀਆਂ ਪਹਿਲਾਂ। ਠੀਕ ਹੈ, ਠੀਕ। ਹਾਂ, ਤੁਸੀਂ ਕਈ ਵਾਰੀ ਜਦੋਂ ਨਹੀਂ ਪਈਆਂ ਹੋਣੀਆਂ ਉਦੋਂ ਦੇਖੀ ਹੋਈ ਹੈ, ਪਰ ਰਿਕਾਰਡਿੰਗ ਸਾਰੀਆਂ ਪਈਆਂ। ਅੱਜ ਦੀ ਰਿਕਾਰਡਿੰਗ ਵੀ ਪੈ ਜਾਏਗੀ। ਠੀਕ ਹੈ ਜੀ, ਕਲਾਸ ਖਤਮ ਕਰਨ ਲੱਗਿਆ। ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ। ਓਕੇ ਸਰ ਜੀ।